ਹੈਲੋ ਸਟੂਡੈਂਟਸ, ਵੈਲਕਮ ਟੂ ਮਾਈ YouTube ਚੈਨਲ CS ਲੈਕਚਰਸ। C++ ਦੀ ਅੱਜ ਦੀ ਕਲਾਸ ਦੇ ਵਿੱਚ ਆਪਾਂ ਦੇਖਣਾ ਹੈ ਕਨਸੈਪਟ ਜਿਹੜਾ ਹੈ ਡਿਫੋਲਟ ਆਰਗੂਮੈਂਟਸ। ਕਲੀਅਰ? ਡਿਫੋਲਟ ਆਰਗੂਮੈਂਟਸ ਕੀ ਹੁੰਦੇ ਨੇ, ਕਿਉਂ ਇਹਨਾਂ ਦੀ ਲੋੜ ਹੈ, ਕਿੱਥੇ ਯੂਜ਼ ਹੁੰਦੇ ਨੇ, ਠੀਕ ਹੈ ਜੀ। ਇਹ ਆਪਾਂ ਅੱਜ ਦੀ ਕਲਾਸ ਦੇ ਵਿੱਚ ਦੇਖਣਾ ਹੈ। ਹੁਣ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਡਿਫੋਲਟ ਆਰਗੂਮੈਂਟਸ ਕੀ ਨੇ। ਵੈਨ ਵੀ ਗਿਵ ਅ ਵੈਲਿਊ ਟੂ ਦਾ ਫੋਰਮਲ ਆਰਗੂਮੈਂਟਸ, ਠੀਕ ਹੈ। ਹੁਣ ਵੈਲਿਊ ਆਪਾਂ ਦੇ ਰਹੇ ਹਾਂ ਕਿਹਨਾਂ ਨੂੰ, ਫੋਰਮਲ ਆਰਗੂਮੈਂਟਸ ਨੂੰ। ਤੇ ਫੋਰਮਲ ਆਰਗੂਮੈਂਟਸ ਹੁੰਦੇ ਕਿੱਥੇ ਆ, ਠੀਕ ਹੈ। ਹੁਣ ਆਰਗੂਮੈਂਟਸ ਦੀ ਗੱਲ ਹੋ ਰਹੀ ਹੈ, ਮਤਲਬ ਆਪਾਂ ਕਿਤੇ ਨਾ ਕਿਤੇ ਇਹਨਾਂ ਫੰਕਸ਼ਨਸ ਦੇ ਵਿੱਚ ਯੂਜ਼ ਕਰ ਰਹੇ ਹਾਂ ਇਹਨਾਂ ਦਾ, ਠੀਕ ਹੈ। ਉਸ ਤੋਂ ਬਾਅਦ ਫੋਰਮਲ ਆਰਗੂਮੈਂਟਸ, ਫੋਰਮਲ ਮਤਲਬ ਉਹ ਵਾਲੇ ਆਰਗੂਮੈਂਟਸ ਜਿਹੜੇ ਫੰਕਸ਼ਨ ਡੈਕਲਾਰੇਸ਼ਨ ਵਿੱਚ ਯੂਜ਼ ਹੋ ਰਹੇ ਆ, ਠੀਕ ਹੈ। ਫੰਕਸ਼ਨ ਪ੍ਰੋਟੋਟਾਈਪ ਵਿੱਚ ਯੂਜ਼ ਹੋ ਰਹੇ ਆ, ਉਹਨਾਂ ਆਰਗੂਮੈਂਟਸ ਦੀ ਗੱਲ ਕੀਤੀ ਜਾ ਰਹੀ ਹੈ ਕਿ ਜਦੋਂ ਆਪਾਂ ਉਹਨਾਂ ਨੂੰ ਵੈਲਿਊ ਅਸਾਈਨ ਕਰ ਦਿੰਦੇ ਹਾਂ ਫੋਰਮਲ ਆਰਗੂਮੈਂਟਸ ਨੂੰ ਇਨ ਦਾ ਡੈਕਲਾਰੇਸ਼ਨ ਆਫ ਦਾ ਫੰਕਸ਼ਨ, ਦੈਨ ਦੀਸ ਆਰਗੂਮੈਂਟਸ ਆਰ ਨੋਨ ਐਜ਼ ਡਿਫੋਲਟ ਆਰਗੂਮੈਂਟਸ। ਹੁਣ ਇਹਨਾਂ ਡਿਫੋਲਟ ਕਿਉਂ ਕਿਹਾ ਗਿਆ, ਕਿਉਂਕਿ ਜਦੋਂ ਆਪਾਂ ਫੰਕਸ਼ਨ ਨੂੰ ਕਾਲ ਕਰਨਾ ਹੈ ਨਾ, ਤੇ ਆਪਾਂ ਸਾਰੇ ਆਰਗੂਮੈਂਟਸ ਦੀਆਂ ਵੈਲਿਊਜ਼ ਨਹੀਂ ਪਾਸ ਕਰਨੀਆਂ, ਠੀਕ ਹੈ। ਜਿਸ ਆਰਗੂਮੈਂਟ ਨੂੰ ਆਪਾਂ ਫੰਕਸ਼ਨ ਪ੍ਰੋਟੋਟਾਈਪ ਵਿੱਚ ਵੈਲਿਊ ਅਸਾਈਨ ਕਰਤੀ ਹੈ, ਜਦੋਂ ਆਪਾਂ ਫੰਕਸ਼ਨ ਨੂੰ ਕਾਲ ਕਰਨਾ ਹੈ ਨਾ, ਉਸ ਟਾਈਮ ਆਪਾਂ ਉਹਦੀ ਵੈਲਿਊ ਨਹੀਂ ਪਾਸ ਕਰਨੀ, ਕਿਉਂਕਿ ਆਪਾਂ ਉਹ ਡਿਫੋਲਟ ਸੈੱਟ ਹੀ ਕਰਤੀ ਹੋਈ ਹੈ, ਠੀਕ ਹੈ। ਇਸ ਕਰਕੇ ਇਹਨਾਂ ਨੂੰ ਕਿਹਾ ਜਾਂਦਾ ਡਿਫੋਲਟ ਆਰਗੂਮੈਂਟਸ। ਹੁਣ ਇਹ C++ ਦੀ ਇੱਕ ਫੀਚਰ ਹੈ ਕਿ ਜਿਹੜੀ ਅਲਾਓ ਕਰਦੀ ਹੈ ਟੂ ਕਾਲ ਅ ਫੰਕਸ਼ਨ ਵਿਦਾਊਟ ਸਪੈਸੀਫਾਈਂਗ ਆਲ ਇਟਸ ਆਰਗੂਮੈਂਟਸ, ਠੀਕ ਹੈ। ਵਿਦਾਊਟ ਸਪੈਸੀਫਾਈਂਗ ਆਲ ਇਟਸ ਆਰਗੂਮੈਂਟਸ, ਕਿ ਜਿਸ ਆਰਗੂਮੈਂਟ ਦੀ ਵੈਲਿਊ ਆਪਾਂ ਸੈੱਟ ਕਰਤੀ ਹੋਈ ਹੈ ਫੰਕਸ਼ਨ ਪ੍ਰੋਟੋਟਾਈਪ 'ਚ, ਦੁਬਾਰਾ ਜਦੋਂ ਉਹਦੀ ਵੈਲਿਊ ਦੇਣ ਦੀ ਲੋੜ ਨਹੀਂ ਹੈ, ਠੀਕ ਹੈ। ਦੁਬਾਰਾ ਉਹਨੂੰ ਵੈਲਿਊ ਅਸਾਈਨ ਕਰਨ ਦੀ, ਦੁਬਾਰਾ ਵੈਲਿਊ ਪਾਸ ਕਰਨ ਦੀ ਲੋੜ ਨਹੀਂ ਹੈਗੀ। ਦ ਡਿਫੋਲਟ ਵੈਲਿਊਜ਼ ਆਰ ਸਪੈਸੀਫਾਈਂਗ ਵੈਨ ਦਾ ਫੰਕਸ਼ਨ ਇਜ਼ ਡਿਕਲੇਅਰਡ। ਅਤੇ ਫੰਕਸ਼ਨ ਡੈਕਲਾਰੇਸ਼ਨ ਦੇ ਵਿੱਚ ਜਦੋਂ ਆਪਾਂ ਲਿਖਣੀ ਹੈ ਉਸ ਟਾਈਮ ਆਪਾਂ ਵੈਲਿਊ ਪਾਸ ਕਰਨੀ ਹੈ, ਠੀਕ ਹੈ। ਹੁਣ ਇਹ ਸਿੰਟੈਕਸ ਹੈ, ਫੰਕਸ਼ਨ ਪ੍ਰੋਟੋਟਾਈਪ ਇੱਥੇ ਗਿਵਨ ਹੈ, ਠੀਕ ਹੈ ਜੀ। ਫਨ ਨਾਮ ਦਾ ਇੱਕ ਫੰਕਸ਼ਨ ਹੈ, ਇੰਟ A ਫਲੋਟ B ਇੰਟ C, ਇਹ ਆਪਾਂ ਤਿੰਨ ਆਰਗੂਮੈਂਟਸ ਲਏ ਆ। ਹੁਣ C ਨੂੰ ਆਪਾਂ ਜਿਹੜੀ ਵੈਲਿਊ ਅਸਾਈਨ ਕਰਤੀ ਹੈ, ਠੀਕ ਹੈ। ਇੱਕ ਇੰਪੋਰਟੈਂਟ ਪੁਆਇੰਟ ਇਹ ਆ ਕਿ ਫੰਕਸ਼ਨ ਨੂੰ ਡਿਫੋਲਟ ਆਰਗੂਮੈਂਟਸ ਨੂੰ ਜਦੋਂ ਆਪਾਂ ਵੈਲਿਊ ਪਾਸ ਕਰਨੀ ਹੈ ਫੰਕਸ਼ਨ ਪ੍ਰੋਟੋਟਾਈਪ 'ਚ ਆਰਗੂਮੈਂਟਸ ਨੂੰ, ਤਾਂ ਹਮੇਸ਼ਾ ਫਰੋਮ ਦੀ ਰਾਈਟ ਸਾਈਡ ਆਪਾਂ ਸ਼ੁਰੂ ਕਰਨਾ, ਠੀਕ ਹੈ। ਇੱਦਾਂ ਆਪਾਂ ਨਹੀਂ ਕਰ ਸਕਦੇ ਕਿ ਇਨ ਬਿਟਵੀਨ ਕਿਸੇ ਵੇਰੀਏਬਲ ਨੂੰ ਦੇ ਦਈਏ, ਜਾਂ ਜਿਹੜਾ ਸਭ ਤੋਂ ਲੈਫਟ ਸਾਈਡ 'ਤੇ ਆ ਉਹਨੂੰ ਵੈਲਿਊ ਦੇ ਦਈਏ, ਠੀਕ ਹੈ ਜੀ। ਇਸ ਤਰ੍ਹਾਂ ਨਹੀਂ ਹੋਣਾ, ਕਿਉਂਕਿ ਇੱਦਾਂ ਫਿਰ C++ ਦਾ ਜਿਹੜਾ ਰੂਲ ਹੈ ਉਹ ਵਾਇਲੇਟ ਹੋਏਗਾ, ਠੀਕ ਹੈ। ਅਤੇ ਤੁਹਾਨੂੰ ਜਿਹੜਾ ਐਰਰ ਵੀ ਮਿਲੇਗਾ, ਠੀਕ ਹੈ। ਸੋ ਵੈਲਿਊਜ਼ ਜਿਹੜੀਆਂ ਆਪਾਂ ਅਸਾਈਨ ਕਰਨੀਆਂ ਹੈ ਉਹ ਫਰੋਮ ਰਾਈਟ ਸਾਈਡ ਆਪਾਂ ਅਸਾਈਨ ਕਰਨੀਆਂ ਹੈ, ਫਰੋਮ ਰਾਈਟ ਸਾਈਡ ਟੂ ਲੈਫਟ ਸਾਈਡ, ਠੀਕ ਹੈ। ਉਸ ਤੋਂ ਬਾਅਦ ਇਹ ਫੰਕਸ਼ਨ ਕਾਲ ਦਿੱਤੀ ਹੋਈ ਹੈ ਨੀਚੇ, ਠੀਕ ਹੈ। ਫਨ ਨੂੰ ਫੰਕਸ਼ਨ ਨੂੰ ਕਾਲ ਕੀਤੀ ਹੈ। ਹੁਣ ਇਹਦੇ ਵਿੱਚ ਦੇਖੋ ਦੋ ਵੈਲਿਊਜ਼ ਹੀ ਪਾਸ ਕੀਤੀਆਂ ਹੋਈਆਂ, ਇੱਕ 4 ਇੱਕ 2.5 ਫਲੋਟ ਵੈਲਿਊ, ਠੀਕ ਹੈ। ਫਲੋਟ ਵੈਲਿਊ ਪਾਸ ਕੀਤੀ ਹੋਈ ਹੈ, ਠੀਕ ਹੈ। 2.5 ਜਿਹੜੀ ਉਹ ਫਲੋਟ ਵੇਰੀਏਬਲ ਨੂੰ ਮਿਲੇਗੀ, 4 ਜਿਹੜੀ ਹੈ ਉਹ ਜਿਹੜੀ ਇੰਟ A ਆ, A ਵੇਰੀਏਬਲ ਨੂੰ ਮਿਲੇਗੀ, ਠੀਕ ਹੈ। ਤੇ C ਦੀ ਜਿਹੜੀ ਵੈਲਿਊ ਹੈ ਉਹ ਆਪਾਂ ਪਹਿਲਾਂ ਹੀ ਡਿਫਾਈਨ ਕਰਤੀ ਹੋਈ ਹੈ। ਹਾਂਜੀ, ਕਲੀਅਰ ਹੈ ਜੀ ਇੰਨਾ ਕਨਸੈਪਟ, ਠੀਕ ਹੈ ਜੀ। ਕਿ ਕਾਲ ਦੇ ਵਿੱਚ ਆਪਾਂ ਸਾਰੇ ਆਰਗੂਮੈਂਟਸ ਨਹੀਂ ਸਪੈਸੀਫਾਈ ਕਰਨੇ, ਆਪਾਂ ਸਿਰਫ ਉਹੀ ਸਪੈਸੀਫਾਈ ਕਰਨੇ ਆ ਜਿਨ੍ਹਾਂ ਦੀਆਂ ਵੈਲਿਊਜ਼ ਆਪਾਂ ਪਾਸ ਕਰਨੀਆਂ। ਡਿਫੋਲਟ ਆਰਗੂਮੈਂਟਸ ਦੀਆਂ ਵੈਲਿਊ ਆਪਾਂ ਪਾਸ ਨਹੀਂ ਕਰਨੀਆਂ, ਠੀਕ ਹੈ। ਨੈਕਸਟ ਕੀ ਹੈ ਪੁਆਇੰਟ, ਕਿ ਕੰਪਾਈਲਰ ਹੈ ਜਿਹੜਾ, ਠੀਕ ਹੈ ਜੀ। ਓਬਵੀਅਸਲੀ ਕਿਸੇ ਵੀ ਫੰਕਸ਼ਨ ਨੂੰ ਕਾਲ ਹੋਣੀ ਹੈ ਜਦੋਂ ਉਹਨੇ ਪ੍ਰੋਟੋਟਾਈਪ ਤੋਂ ਦੇਖਣਾ ਹੈ ਕਿ ਫੰਕਸ਼ਨ ਦੀ ਪ੍ਰੋਟੋਟਾਈਪ ਹੈਗੀ ਹੈ ਜਾਂ ਨਹੀਂ ਹੈਗੀ, ਠੀਕ ਹੈ। ਉੱਥੋਂ ਫਿਰ ਕੰਪਾਈਲਰ ਨੇ ਇਹ ਵੀ ਦੇਖ ਲੈਣਾ ਕਿ ਡਿਫੋਲਟ ਆਰਗੂਮੈਂਟਸ ਹੈਗਾ ਕੋਈ ਕਿ ਨਹੀਂ ਹੈਗਾ, ਕਿਹੜੇ ਹੈਗੇ ਆ, ਠੀਕ ਹੈ, ਕਿੰਨੇ ਹੈਗੇ ਆ, ਠੀਕ ਹੈ। ਦ ਡਿਫੋਲਟ ਵੈਲਿਊ ਇਜ਼ ਸਪੈਸੀਫਾਈ ਸਿਮਿਲਰਲੀ ਐਜ਼ ਵੀ ਇਨੀਸ਼ੀਅਲਾਈਜ਼ ਵੈਲਿਊਜ਼, ਠੀਕ ਹੈ। ਡਿਫੋਲਟ ਵੈਲਿਊਜ਼ ਦੇਣ ਦਾ ਸਿੰਟੈਕਸ, ਲਿਖਣ ਦਾ ਸਿੰਟੈਕਸ ਸੇਮ ਹੈ ਜਿਵੇਂ ਆਪਾਂ ਕਿਸੇ ਵੇਰੀਏਬਲ ਨੂੰ ਇਨੀਸ਼ੀਅਲਾਈਜ਼ ਕਰਦੇ ਹਾਂ, ਜਿਵੇਂ ਇੱਥੇ ਤੁਸੀਂ ਦੇਖ ਸਕਦੇ ਹੋ, ਠੀਕ ਹੈ। ਨੈਕਸਟ ਜਿਹੜਾ ਪੁਆਇੰਟ ਹੈ ਉਹ ਕੀ ਹੈ ਕਿ ਡਿਫੋਲਟ ਆਰਗੂਮੈਂਟਸ ਇਜ਼ ਚੈੱਕਡ ਐਟ ਟਾਈਮ ਆਫ ਡੈਕਲਾਰੇਸ਼ਨ, ਵੀ ਮਸਟ ਐਡ ਡਿਫੋਲਟ ਵੈਲਿਊਜ਼ ਫਰੋਮ ਰਾਈਟ ਟੂ ਲੈਫਟ। ਇਹ ਆਪਾਂ ਪੁਆਇੰਟ ਤੁਹਾਨੂੰ ਹੁਣੇ ਮੈਂ ਦੱਸ ਚੁੱਕਾ, ਠੀਕ ਹੈ। ਸੋ ਦੇਅਰਫੋਰ ਵੀ ਕਾਂਟ ਪ੍ਰੋਵਾਈਡ ਡਿਫੋਲਟ ਵੈਲਿਊ ਐਟ ਅ ਪਰਟੀਕੂਲਰ ਆਰਗੂਮੈਂਟ, ਕਿਸੇ ਪਰਟੀਕੂਲਰ ਨੂੰ ਆਪਾਂ ਨਹੀਂ ਦੇ ਸਕਦੇ, ਸਿਰਫ ਰਾਈਟ ਟੂ ਲੈਫਟ ਹੀ ਆਪਾਂ ਦੇ ਸਕਦੇ ਹਾਂ। ਇਹ ਨਾਲ ਨੀਚੇ ਐਗਜ਼ਾਮਪਲਸ ਦਿੱਤੀਆਂ ਹੋਈਆਂ ਕਿ F1 ਇੱਕ ਫੰਕਸ਼ਨ ਹੈ, ਠੀਕ ਹੈ। ਫਸਟ ਵਿੱਚ ਆਪਾਂ ਕੀ ਕੀਤਾ, B ਨੂੰ ਵੈਲਿਊ ਦੇਤੀ ਹੈ, ਇਨਵੈਲਿਡ ਹੈ, ਠੀਕ ਹੈ। ਉਸ ਤੋਂ ਬਾਅਦ ਸੈਕਿੰਡ ਦੇ ਵਿੱਚ ਇੱਕ ਰਾਈਟ ਨੂੰ ਦੇਤੀ ਹੈ, ਇੱਕ ਸਭ ਤੋਂ ਲੈਫਟ ਨੂੰ ਦੇਤੀ ਹੈ, ਇਹ ਵੀ ਇਨਵੈਲਿਡ ਹੈ, ਠੀਕ ਹੈ। ਉਸ ਤੋਂ ਬਾਅਦ ਜਿਹੜਾ ਆਪਣਾ ਥਰਡ ਫੰਕਸ਼ਨ ਹੈ, ਥਰਡ ਐਗਜ਼ਾਮਪਲ ਹੈ, ਇਹਦੇ ਵਿੱਚ ਆਪਾਂ C ਨੂੰ ਵੈਲਿਊ ਦਿੱਤੀ ਹੈ ਅਤੇ B ਨੂੰ ਵੈਲਿਊ ਦਿੱਤੀ ਹੈ, ਠੀਕ ਹੈ। ਇਹ ਰਾਈਟ ਸਿੰਟੈਕਸ ਹੈਗਾ, ਰਾਈਟ ਫੋਰਮੈਟ ਹੈਗਾ।
ਹੁਣ ਨੈਕਸਟ ਜਿਹੜਾ ਇਹਦੇ ਵਿੱਚ ਹੈ ਕਿ ਮਤਲਬ ਕੀ ਲੋੜ ਕੀ ਹੈ, ਠੀਕ ਹੈ, ਡਿਫੋਲਟ ਆਰਗੂਮੈਂਟਸ ਦੀ ਕਿੱਥੇ ਯੂਜ਼ ਹੁੰਦੇ ਆ, ਕੀ ਇਹਦੀ ਨੀਡ ਹੈ, ਕੀ ਇਹਦਾ ਬੈਨੀਫਿਟ ਹੈ, ਠੀਕ ਹੈ। ਹੁਣ ਐਗਜ਼ਾਮਪਲ ਜਿਹੜੀ ਹੈ ਉਹ ਬੈਂਕ ਸਿਸਟਮ ਦੀ ਐਗਜ਼ਾਮਪਲ ਹੈ, ਬੈਂਕ ਸਿਸਟਮ ਦੀ ਐਗਜ਼ਾਮਪਲ ਹੈ ਇਹਦੇ ਵਿੱਚ ਕਿ ਉਹਨਾਂ ਸਰਕਮਸਟਾਂਸਸ ਦੇ ਵਿੱਚ ਜਾਂ ਉਹ ਐਪਲੀਕੇਸ਼ਨ ਰਿਕੁਆਇਰਮੈਂਟ ਵਿੱਚ ਯੂਜ਼ ਹੁੰਦੇ ਆ ਜਿੱਥੇ ਆਪਾਂ ਜਿੱਥੇ ਆਲਵੇਜ਼ ਕੁਛ ਆਰਗੂਮੈਂਟਸ ਦੀ ਵੈਲਿਊ ਸੇਮ ਰਹਿੰਦੀ ਹੈ, ਠੀਕ ਹੈ। ਹੁਣ ਐਗਜ਼ਾਮਪਲ ਵਾਸਤੇ ਜਿਹੜਾ ਬੈਂਕ ਇੰਟਰਸਟ ਜਿਹਦੀ ਗੱਲ ਕੀਤੀ ਗਈ ਹੈ ਕਿ ਜਿਹੜਾ ਬੈਂਕ ਇੰਟਰਸਟ ਹੈ ਉਹ ਹਰ ਕਿਸੇ ਕਸਟਮਰ ਲਈ ਜਿਹੜਾ ਉਹ ਸੇਮ ਰਹੇਗਾ, ਹਰ ਕਸਟਮਰ ਲਈ ਸੇਮ ਰਹੇਗਾ, ਠੀਕ ਹੈ, ਇੱਕ ਪਰਟੀਕੂਲਰ ਪੀਰੀਅਡ ਆਫ ਡਿਪੋਜ਼ਿਟ ਜਾਂ ਇੱਕ ਪਰਟੀਕੂਲਰ ਪੀਰੀਅਡ ਆਫ ਟਾਈਮ। ਹੁਣ ਇਹਦੇ ਕੇਸ 'ਚ ਕੀ ਹੋਏਗਾ ਕਿ ਆਪਾਂ ਡਿਫੋਲਟ ਜਿਹੜਾ ਫੰਕਸ਼ਨ ਹੋਏਗਾ, ਠੀਕ ਹੈ, ਜਿਹੜਾ ਕੈਲਕੂਲੇਸ਼ਨ ਕਰ ਰਿਹਾ ਬੈਂਕ ਇੰਟਰਸਟ ਦੇ ਨਾਲ, ਠੀਕ ਹੈ, ਉਹਨੂੰ ਜਿਹੜਾ ਵੇਰੀਏਬਲ ਪਾਸ ਹੋਏਗਾ ਡੈਕਲਾਰੇਸ਼ਨ ਦੇ ਵਿੱਚ ਬੈਂਕ ਇੰਟਰਸਟ ਦਾ, ਆਪਾਂ ਉਹਨੂੰ ਡੈਕਲਾਰੇਸ਼ਨ 'ਚ ਵੈਲਿਊ ਜਿਹੜੀ ਇੱਕ ਫਿਕਸ ਵੈਲਿਊ ਦੇ ਦਾਂਗੇ ਤਾਂ ਕਿ ਬਾਰ-ਬਾਰ ਵੈਲਿਊ ਨੂੰ ਪਾਸ ਨਾ ਕਰਨਾ ਪਵੇ। ਜਦੋਂ ਵੀ ਆਪਾਂ ਫੰਕਸ਼ਨ ਨੂੰ ਕਾਲ ਕਰਨੀ ਹੈ ਆਪਾਂ ਸਿਰਫ ਜੋ ਰਿਕੁਆਇਰਡ ਡਿਟੇਲ ਹੈ ਕਸਟਮਰ ਦੀ ਉਹੀ ਪਾਸ ਕਰੀਏ, ਬੈਂਕ ਇੰਟਰਸਟ ਨੂੰ ਦੁਬਾਰਾ ਨਾ ਪਾਸ ਕਰੀਏ, ਠੀਕ ਹੈ, ਕਲੀਅਰ। ਤੇ ਉਹ ਤਾਂ ਡਿਫੋਲਟ ਹੀ ਰਹੇਗੀ, ਸੇਮ ਰਹੇਗੀ ਵੈਲਿਊ, ਤਾਂ ਉਹ ਜਿਹੜਾ ਕੰਪਾਈਲਰ ਹੈ ਉਹ ਉਹਨੂੰ ਜਿਹੜਾ ਹੈ ਡੈਕਲਾਰੇਸ਼ਨ ਵਿੱਚੋਂ ਹੀ ਵੈਲਿਊ ਜੋ ਹੈ ਲੈ ਲੇਗਾ, ਕਲੀਅਰ। ਹੁਣ ਇਹ ਨੈਕਸਟ ਡਿਫੋਲਟ ਆਰਗੂਮੈਂਟਸ ਦੀ ਐਗਜ਼ਾਮਪਲ ਹੈ, ਠੀਕ ਹੈ, ਇਹ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਵਿੱਚ ਆਪਣੇ ਕੋਲ ਇੱਕ ਫੰਕਸ਼ਨ f1 ਹੈ, ਇੱਕ ਫੰਕਸ਼ਨ f2, ਇੱਕ ਫੰਕਸ਼ਨ f3 ਹੈ, ਠੀਕ ਹੈ ਜੀ। f1 ਦੇ ਵਿੱਚ ਇੱਕ ਵੇਰੀਏਬਲ ਹੈ, ਇਹ ਫੰਕਸ਼ਨ ਪ੍ਰੋਟੋਟਾਈਪਸ ਨੇ ਤਿੰਨੇ। f1 ਦੇ ਵਿੱਚ ਇੱਕ ਵੇਰੀਏਬਲ a ਜਿਹਨੂੰ ਆਪਾਂ ਡਿਫੋਲਟ ਵੈਲਿਊ ਦਿੱਤੀ ਹੋਈ ਹੈ, f2 'ਚ ਦੋ ਵੇਰੀਏਬਲਸ ਨੇ, ਆਰਗੂਮੈਂਟਸ ਨੇ, ਜਿਹਦੇ ਵਿੱਚ ਆਪਾਂ ਦੋਨਾਂ ਨੂੰ ਹੀ ਵੈਲਿਊ ਦਿੱਤੀ ਹੈ। f3 ਦੇ ਵਿੱਚ ਦੋ ਵੇਰੀਏਬਲਸ ਨੇ, ਆਰਗੂਮੈਂਟਸ ਨੇ, ਜਿਹਦੇ ਵਿੱਚ ਆਪਾਂ ਇੱਕ ਜਿਹੜਾ ਵੇਰੀਏਬਲ ਹੈ b ਉਹਨੂੰ ਵੈਲਿਊ ਦਿੱਤੀ ਹੈ, ਠੀਕ ਹੈ। ਹੁਣ ਇੱਥੇ ਤਿੰਨਾਂ ਫੰਕਸ਼ਨਸ ਦੇ ਵਿੱਚ a b ਹੈ, ਆਪਾਂ ਲਏ ਆ, ਚੇਂਜ ਨਹੀਂ ਕੀਤੇ, ਠੀਕ ਹੈ। ਹੁਣ ਇਹ ਜਿਹੜੇ ਲੋਕਲ ਹੈਗੇ ਨੇ ਆਰਗੂਮੈਂਟਸ ਫੰਕਸ਼ਨਸ ਦੇ, ਠੀਕ ਹੈ, ਇਹਨਾਂ ਦਾ ਸਕੋਪ ਸਿਰਫ ਇਸ ਫੰਕਸ਼ਨ ਦੇ ਅੰਦਰ ਹੀ ਹੋਏਗਾ, ਕਲੀਅਰ। ਹੁਣ ਫਸਟ ਹੁਣ ਤੁਸੀਂ ਦੇਖੋ ਕਿ ਮੇਨ ਤੋਂ ਨੀਚੇ ਆਪਾਂ ਤਿੰਨੋਂ ਫੰਕਸ਼ਨਸ ਡਿਫਾਈਨ ਕੀਤੇ ਹੋਏ ਆ। f1 ਨੂੰ ਡਿਫਾਈਨ ਕੀਤਾ, f2 ਨੂੰ ਡਿਫਾਈਨ ਕੀਤਾ, f3 ਨੂੰ ਡਿਫਾਈਨ ਕੀਤਾ ਹੋਇਆ। ਸਿੰਪਲ ਆਪਾਂ ਇਹਨਾਂ 'ਚ ਵੈਲਿਊਜ਼ ਹੀ ਪ੍ਰਿੰਟ ਕਰਾ ਰਹੇ ਹਾਂ, ਬਿਲਕੁਲ ਈਜ਼ੀ ਐਗਜ਼ਾਮਪਲ ਆ, ਬੇਸਿਕ ਐਗਜ਼ਾਮਪਲ ਹੈ, ਸਿੰਪਲ ਆਪਾਂ ਵੈਲਿਊਜ਼ ਹੀ ਪ੍ਰਿੰਟ ਕਰਾ ਰਹੇ ਹਾਂ, ਹੋਰ ਕੁਝ ਨਹੀਂ ਕਰਾ ਰਹੇ। ਇਹ ਵੀ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਆਪਾਂ ਸੀ ਆਊਟ ਦੇ ਵਿੱਚ ਦੋ ਵੇਰੀਏਬਲਸ ਨੂੰ ਜਾਂ ਦੋ ਤੋਂ ਵੱਧ ਵੇਰੀਏਬਲਸ ਨੂੰ ਆਪਾਂ ਪ੍ਰਿੰਟ ਕਰਵਾ ਸਕਦੇ ਹਾਂ, ਠੀਕ ਹੈ, ਜਿੱਦਾਂ a ਲਿਖਿਆ, ਦੈਨ ਸੇਮ ਫੋਰਮੈਟ ਦੇ ਨਾਲ ਐਂਡਲ ਲਿਖਿਆ ਹੋਇਆ। ਹੁਣ ਐਂਡਲ ਦਾ ਕੀ ਕੰਮ ਹੁੰਦਾ, ਜਿਹੜਾ ਕੀਵਰਡ ਐਂਡਲ ਯੂਜ਼ ਹੁੰਦਾ ਇਹਦਾ ਕੰਮ ਹੁੰਦਾ ਨੈਕਸਟ ਲਾਈਨ ਦੇ ਵਿੱਚ ਲੈ ਕੇ ਜਾਣਾ, ਠੀਕ ਹੈ। ਹੁਣ a ਨੂੰ ਪ੍ਰਿੰਟ ਕਰੇਗਾ, ਉਸ ਤੋਂ ਬਾਅਦ ਐਂਡਲ ਆਏਗਾ, ਐਂਡ l ਹੈ ਇੱਥੇ, ਠੀਕ ਹੈ, i ਨਹੀਂ ਆ, ਤੇ ਇਹ ਨਾਲ ਹੀ ਕੰਟਰੋਲ ਨੂੰ ਜਾਂ ਕਰਸਰ ਨੂੰ ਨੈਕਸਟ ਲਾਈਨ 'ਚ ਸ਼ਿਫਟ ਕਰ ਦੇਗਾ ਤੇ ਅਗਲੀ ਲਾਈਨ 'ਚ b ਨੂੰ ਪ੍ਰਿੰਟ ਕਰਵਾ ਦੇਗਾ, ਠੀਕ ਹੈ। ਇਸ ਤੋਂ ਬਾਅਦ ਫਿਰ ਐਂਡਲ ਲਿਖਿਆ ਹੋਇਆ, ਐਂਡ l ਹੈ, ਠੀਕ ਹੈ, ਫਿਰ ਇੱਕ ਨੈਕਸਟ ਲਾਈਨ ਪ੍ਰਿੰਟ ਕਰ ਦੇਗਾ, ਠੀਕ ਹੈ। ਇਹ ਜਿਹੜਾ ਹੋ ਗਿਆ ਕਲੀਅਰ ਇੰਨਾ, ਠੀਕ ਹੈ। ਇਹ ਤਾਂ ਸੀ ਆਊਟ ਦੀ ਵਰਕਿੰਗ ਸੀ। ਇਹ ਫੰਕਸ਼ਨਸ ਦਾ ਪਤਾ ਚੱਲ ਗਿਆ ਵੀ ਆਪਾਂ ਤਿੰਨ ਫੰਕਸ਼ਨ ਦਿੱਤੇ ਆ। ਹੁਣ ਦੇਖੋ ਫੰਕਸ਼ਨ ਡਿਫਾਈਨ ਜਿਸ ਮਰਜ਼ੀ ਆਰਡਰ 'ਚ ਆਪਾਂ ਕਰ ਸਕਦੇ ਹਾਂ, ਜ਼ਰੂਰੀ ਨਹੀਂ ਹੈ ਕਿ ਇੱਥੇ ਅਗਰ ਆਪਾਂ f1 ਲਿਖਿਆ ਤਾਂ ਨੀਚੇ ਜਦੋਂ ਆਪਾਂ ਡਿਫਾਈਨ ਕਰਨਾ ਤਾਂ f1 ਹੀ ਲਿਖਣਾ, ਠੀਕ ਹੈ, ਇਹ ਜ਼ਰੂਰੀ ਨਹੀਂ ਹੈ। ਡਿਫਾਈਨ ਆਪਾਂ ਕਿਸੇ ਵੀ ਆਰਡਰ 'ਚ ਕਰ ਸਕਦੇ ਹਾਂ, ਠੀਕ ਹੈ। ਬਸ ਜਦੋਂ ਜਿਸ ਸੀਕੁਐਂਸ 'ਚ ਫੰਕਸ਼ਨ ਕਾਲਸ ਸਟੇਟਮੈਂਟਸ ਹੋਣਗੀਆਂ ਉਸੇ ਸੀਕੁਐਂਸ ਦੇ ਵਿੱਚ ਐਗਜ਼ੀਕਿਊਟ ਹੋਣੇ ਆ, ਠੀਕ ਹੈ। ਕਿਉਂਕਿ ਫੰਕਸ਼ਨ ਕਾਲ ਦਾ ਕੀ ਕੰਮ ਹੁੰਦਾ ਹੈ, ਫੰਕਸ਼ਨ ਕਾਲ ਨੇ ਕੀ ਕਰਨਾ ਹੁੰਦਾ ਹੈ ਕਿ ਕੰਟਰੋਲ ਨੂੰ ਸ਼ਿਫਟ ਕਰ ਦੇਣਾ ਹੈ ਜਿੱਥੇ ਫੰਕਸ਼ਨ ਡਿਫਾਈਨ ਹੈ, ਠੀਕ ਹੈ। ਫੰਕਸ਼ਨ ਜਿਹੜੇ ਆਪਾਂ ਡਿਫਾਈਨ ਕੀਤੇ ਆ ਨਾ ਇਹ ਵਾਲੇ, ਇਹ ਆਪਾਂ ਕਿਸੇ ਵੀ ਆਰਡਰ 'ਚ ਡਿਫਾਈਨ ਕਰ ਸਕਦੇ ਹਾਂ। ਬਸ ਜਿਸ ਆਰਡਰ 'ਚ ਫੰਕਸ਼ਨ ਕਾਲਸ ਹੋਣਗੀਆਂ ਉਸੇ ਆਰਡਰ 'ਚ ਫੰਕਸ਼ਨ ਐਗਜ਼ੀਕਿਊਟ ਹੋਣਗੇ, ਠੀਕ ਹੈ, ਕਲੀਅਰ ਹੈ ਜੀ ਇੰਨਾ। ਹੁਣ ਨੈਕਸਟ ਆਪਾਂ ਦੇਖਦੇ ਹਾਂ ਜੋ ਹੈ ਫੰਕਸ਼ਨ ਕਾਲਸ ਨੇ। ਹੁਣ ਦੇਖੋ f1 ਫੰਕਸ਼ਨ ਨੂੰ ਆਪਾਂ ਕਾਲ ਕੀਤੀ ਵਿਦਾਊਟ ਸਪੈਸੀਫਾਈਂਗ ਐਨੀ ਆਰਗੂਮੈਂਟ, ਤੇ ਇਹਨੇ ਕੀ ਕਰਨਾ ਹੈ ਜੋ ਡਿਫੋਲਟ ਆਪਾਂ ਵੈਲਿਊ ਦਿੱਤੀ ਹੈ, ਠੀਕ ਹੈ, 10, ਉਹ ਇੱਥੇ ਪ੍ਰਿੰਟ ਹੋ ਜਾਣੀ ਹੈ, ਠੀਕ ਹੈ, ਉਹ ਪ੍ਰਿੰਟ ਹੋ ਗਈ 10 ਜਿਹੜਾ ਹੈ ਇਹ ਪ੍ਰਿੰਟ ਹੋ ਗਿਆ। ਉਸ ਤੋਂ ਬਾਅਦ f1 ਨੂੰ ਕਾਲ ਕੀਤੀ ਆਪਾਂ 1 ਪਾਸ ਕੀਤਾ ਹੋਇਆ। ਹੁਣ ਇਹਦੇ ਕੇਸ 'ਚ ਕੀ ਹੋਣਾ ਹੈ ਕਿ ਅਗਰ ਆਪਾਂ ਫੰਕਸ਼ਨ ਕਾਲ 'ਚ ਵੈਲਿਊ ਪਾਸ ਕਰ ਰਹੇ ਹਾਂ ਡਿਫੋਲਟ ਆਰਗੂਮੈਂਟਸ ਦੀ, ਦੈਨ ਜੋ ਆਪਾਂ ਵੈਲਿਊ ਪਾਸ ਕਰ ਰਹੇ ਹਾਂ ਨਾ ਉਹ ਪ੍ਰੋਸੈਸ ਹੋਏਗੀ, ਜਿਹੜੀ ਡਿਫੋਲਟ ਸੀ ਉਹ ਓਵਰਰਾਈਡ ਹੋ ਜਾਣੀ ਹੈ, ਠੀਕ ਹੈ। ਹੁਣ ਇਹਦੇ ਕੇਸ 'ਚ ਆਪਾਂ 1 ਪਾਸ ਕਰ ਰਹੇ ਹਾਂ ਤਾਂ ਇੱਥੇ ਕੀ ਪ੍ਰਿੰਟ ਹੋਏਗਾ, 1 ਪ੍ਰਿੰਟ ਹੋ ਜਾਏਗਾ, ਠੀਕ ਹੈ ਜੀ। ਉਸ ਤੋਂ ਬਾਅਦ ਫੰਕਸ਼ਨ f2 ਨੂੰ ਕਾਲ ਕੀਤੀ ਹੈ, ਹੁਣ ਇਹਦੇ ਵਿੱਚ ਆਪਾਂ 1 ਪਾਸ ਕੀਤਾ, ਠੀਕ ਹੈ, f2।
ਹੁਣ ਜਿਹੜਾ 1 ਹੈ ਇਹ ਮਿਲ ਜਾਣਾ A ਨੂੰ, ਠੀਕ ਹੈ 1 A ਨੂੰ ਮਿਲ ਗਿਆ ਤੇ ਨਾਲ B ਵਾਸਤੇ ਆਪਾਂ ਕੀ ਵੈਲਿਊ ਪਾਸ ਕੀਤੀ ਸੀ डिफॉल्ट 20, ठीक है जी। उस तो बाद F2 ਨੂੰ ਫਿਰ ਕੋਲ ਹੋਈ ਹੈ 1 ਤੇ 2 ਪਾਸ ਕੀਤਾ, ठीक है। ਹੁਣ ਇਹਦੇ ਕੇਸ 'ਚ 1 ਜਿਹੜਾ A ਨੂੰ ਮਿਲ ਜਾਣਾ, 2 ਜਿਹੜਾ ਉਹ B ਨੂੰ ਮਿਲ ਜਾਣਾ, ठीक है। ਤੇ ਜੋ ਆਪਾਂ डिफॉल्ट ਵੈਲਿਊਜ਼ ਇਹਦੇ ਉੱਪਰ ਦਿੱਤੀਆਂ ਸੀਗੀਆਂ ਇਹ ਓਵਰਰਾਈਡ ਹੋ ਜਾਏਗੀ ਉਸ ਟਾਈਮ ਲਈ ਫੰਕਸ਼ਨ ਕਾਲ ਦੇ ਵਿੱਚ, ठीक है। ਉਸ ਤੋਂ ਬਾਅਦ ਨੈਕਸਟ F3 ਨੂੰ ਕਾਲ ਕੀਤੀ ਆਪਾਂ, 1 ਪਾਸ ਕੀਤਾ। ਹੁਣ F3 ਨੂੰ ਜਦੋਂ ਆਪਾਂ ਕਾਲ ਕੀਤੀ 1 ਪਾਸ ਕੀਤਾ, 1 ਮਿਲ ਜਾਣਾ A ਨੂੰ, ठीक है। ਤੇ B ਦੀ ਵੈਲਿਊ ਜਿਹੜੀ डिफॉल्ट ਆਪਾਂ ਦਿੱਤੀ ਸੀਗੀ 10 ਉਹੀ ਰਹੇਗੀ, ठीक है। ਉਸ ਤੋਂ ਬਾਅਦ F3 ਨੂੰ ਫਿਰ ਕਾਲ ਕੀਤਾ, 1 ਤੇ 2 ਪਾਸ ਕੀਤਾ, 1 A ਨੂੰ ਮਿਲ ਜਾਣਾ, 2 B ਨੂੰ ਮਿਲ ਜਾਣਾ, ठीक है जी। अगर आप डिफॉल्ट वैल्यूज़ दित्तियां हैं, अगर आप फंक्शन कॉल चो डिफॉल्ट आर्गूमेंट की वैल्यू भी पास कर दें दैन वो ओवरराइड हो जाएगी, ठीक है। मतलब जो आप वैल्यू पास कर रहे हैं वो प्रिंट होएगी। अगर नैक्सट टाइम आप सपोज अगर आप इतने F3 ही लिख दें, ठीक है भी यह वैल्यूज़ पास करन तो बाद अगर F3 ही लिख दें, तो इस तो बाद अगर आप F3 नू विदाउट एनी वैल्यू अगर आप कॉल करते हैं दैन की होएगा, यह तुसी कोड चला के देखना है, खुद यूअर सैल्फ तुसी आप करके देखना है कि उस टाइम की होएगा, ठीक है। कि दोबारा जो आप डिफॉल्ट वैल्यूज़ दित्तियां वो प्रिंट होंदियां, ठीक है। जो आप डिफॉल्ट वैल्यूज़ दित्तियां सी F3 नूं वो प्रिंट होणगियां, ਜਾਂ जो आप ਇਹ फंक्शन कॉल च पास कीतियां सी ਇਹ प्रिंट होणगियां, ठीक है। ਇਹ तुसी इस स्टेटमेंट तो बाद ਇਹ कॉल जरूर करके देखनी है तो अपना डाउट क्लीयर करना, ठीक है कि इदां की होएगा। यह तुसी नाल प्रैक्टिकल भी करके देखोगे ये नाल, ठीक है। खुद अपने लैवल पर करके देखोगे तो ज़्यादा वधिया होएगा, ठीक है। हाँ जी, इन्ना सीगा डिफॉल्ट आर्गूमेंट्स का कंसैप्ट। हुण नैक्सट जिहड़ा अपना कंसैप्ट है वो हैगा फंक्शन ओवरलोडिंग, मोस्ट इंपोर्टेंट है जिहड़ा, ठीक है। एग्जाम पॉइंट ऑफ व्यू के नाल भी इंपोर्टेंट है, ठीक है। ਹੁਣ ਤੁਹਾਡੇ ਚੋਂ ਕਿਸੇ ਨੇ ਪੁੱਛਿਆ ਸੀਗਾ ਪਹਿਲਾਂ ਪੋਲੀਮੋਰਫਿਜ਼ਮ ਦਾ ਕਨਸੈਪਟ ਹੈ ਕਿ ਪੋਲੀਮੋਰਫਿਜ਼ਮ ਕੀ ਹੈ, ਠੀਕ ਹੈ। ਤੇ ਇਹ ਇੱਕ ਉਹਦੀ ਟਾਈਪ ਹੈ ਪੋਲੀਮੋਰਫਿਜ਼ਮ ਦੀ, ਫੰਕਸ਼ਨ ਓਵਰਲੋਡਿੰਗ, ਠੀਕ ਹੈ। ਫੰਕਸ਼ਨ ਓਵਰਲੋਡਿੰਗ ਤੇ ਆਪਰੇਟਰ ਓਵਰਲੋਡਿੰਗ ਹੈ, ਦੋ ਨੇ, ਠੀਕ ਹੈ। ਹੁਣ ਜਿਹੜਾ ਫੰਕਸ਼ਨ ਓਵਰਲੋਡਿੰਗ ਦਾ ਕੀ ਕਨਸੈਪਟ ਹੈਗਾ, ਨੇਮ ਤੋਂ ਇੱਥੇ ਕਲੀਅਰ ਹੋ ਰਿਹਾ, ਓਵਰਲੋਡ ਕਰ ਰਹੇ ਆਪਾਂ, ਠੀਕ ਹੈ। ਤੇ ਤੁਹਾਨੂੰ ਮੈਂ ਪੋਲੀਮੋਰਫਿਜ਼ਮ ਦਾ ਵੀ ਕਨਸੈਪਟ ਦੱਸਿਆ ਸੀਗਾ, ਜਿਹੜਾ ਊਪਸ ਦਾ ਇੱਕ ਕਨਸੈਪਟ ਹੈ ਪੋਲੀਮੋਰਫਿਜ਼ਮ, ਜਿਹਦਾ ਮਤਲਬ ਹੁੰਦਾ ਹੈ ਮੈਨੀ ਫਾਰਮਸ, ਠੀਕ ਹੈ। ਮੈਨੀ ਫਾਰਮਸ ਮਤਲਬ ਕਿ ਕਨਸੈਪਟ ਆਪਣੇ ਕੋਲ ਇੱਕ ਹੈ, ਇੱਕ ਪਰਪਸ ਲਈ ਬਣਿਆ, ਬਟ ਆਪਾਂ ਉਹਨੂੰ ਯੂਜ਼ ਡਿਫਰੈਂਟ ਪਰਪਸ ਲਈ ਕਰ ਰਹੇ ਹਾਂ, ਠੀਕ ਹੈ। डिफरेंट परपज़ ਲਈ नहीं, डिफरेंट परपज़ ਲਈ कर रहे हैं, ठीक है। एग्जाम्पल मैं ਤੁਹਾਨੂੰ ਹੁਣੇ ਦਿੱਤੀ ਸੀਗੀ कि ਜਿਵੇਂ ਆਪਾਂ ਤੁਸੀਂ ਇੱਥੇ ਦੇਖੋਗੇ, ਇੱਥੇ ਆਪਾਂ ਜਿਹੜਾ ਪ੍ਰੋਗਰਾਮ ਦੇਖਿਆ, ਠੀਕ ਹੈ। ਇਹਦੇ ਵਿੱਚ ਜਿਹੜਾ ਹੁਣ ਸੀ ਆਊਟ ਦੇ ਨਾਲ ਜਿਹੜਾ ਆਪਰੇਟਰ ਆ ਰਿਹਾ, ਇਹ ਕਿਹੜਾ ਆਪਰੇਟਰ ਜਿਹੜਾ ਤੁਸੀਂ ਪੜ੍ਹਿਆ ਸੀਗਾ, ਲੈਫਟ ਸ਼ਿਫਟ, ਠੀਕ ਹੈ। ਲੈਫਟ ਸ਼ਿਫਟ ਬਿਟ ਵਾਈਜ਼ ਆਪਰੇਟਰ ਇਹ ਸੀਗਾ, ਬਟ ਇੱਥੇ ਇਹ ਸੀ ਆਊਟ ਨਾਲ ਯੂਜ਼ ਹੋ ਰਿਹਾ, ਠੀਕ ਹੈ ਜੀ। ਸੀ ਆਊਟ ਨਾਲ ਯੂਜ਼ ਹੋ ਰਿਹਾ, ਸੋ ਇੱਥੇ ਕਿਹੜਾ ਆਪਰੇਟਰ ਇਹਦਾ ਕੀ ਨਾਮ ਹੈਗਾ, ਇਨਸਰਸ਼ਨ ਆਪਰੇਟਰ। ਇੱਥੇ ਇਹਨੂੰ ਇਨਸਰਸ਼ਨ ਆਪਰੇਟਰ ਬੋਲਿਆ ਜਾਂਦਾ, ਠੀਕ ਹੈ। ਹੁਣ ਇਹ ਦੇਖੋ ਹੈਗਾ ਤਾਂ ਆਪਰੇਟਰ ਸੀਗਾ ਲੈਫਟ ਸ਼ਿਫਟ ਬਿਟ ਵਾਈਜ਼, ਪਰ ਜਦੋਂ ਇਹਨੂੰ ਆਪਾਂ ਸੀ ਆਊਟ ਨਾਲ ਯੂਜ਼ ਕੀਤਾ ਉਦੋਂ ਇਹਦਾ ਕੰਮ ਬਦਲ ਗਿਆ, ਉਦੋਂ ਇਹਦਾ ਕੰਮ ਵੀ ਬਦਲ ਗਿਆ, ਠੀਕ ਹੈ। ਇਹਦਾ ਨਾਮ ਵੀ ਆਪਾਂ ਬਦਲਤਾ कि यह इनसरशन ऑपरेटर है, ठीक है। यह हुंदा पॉलीमॉर्फिज्म कि बनिया तो बिट वाइज नूं लैफ्ट शिफ्ट कर लई सी, पर आपां इत्थे भी इनू यूज़ कर रहे हैं, ठीक है। हुण फंक्शन ओवरलोडिंग का की काम है, ठीक है। फंक्शन ओवरलोडिंग का की कंसैप्ट हैगा, पॉलीमॉर्फिज्म की एक टाइप है, ठीक है। मतलब फंक्शन ओवरलोडिंग पॉलीमॉर्फिज्म नूं इंप्लीमेंट कर रही है। पॉलीमॉर्फिज्म एक कंसैप्ट है, ठीक है, कि उहदे विच आपां एक तो वध परपज़ ਲਈ ਕਿਸੇ ਕਨਸੈਪਟ ਨੂੰ ਯੂਜ਼ ਕਰ ਲੈਂਦੇ ਆ, ਠੀਕ ਹੈ। ਤੇ ਉਹ ਫੰਕਸ਼ਨ ਓਵਰਲੋਡਿੰਗ ਪੋਲੀਮੋਰਫਿਜ਼ਮ ਨੂੰ ਇੰਪਲੀਮੈਂਟ ਕਰ ਰਹੀ ਹੈ, ਠੀਕ ਹੈ। ਹੁਣ ਫੰਕਸ਼ਨ ਓਵਰਲੋਡਿੰਗ ਦਾ ਕੀ ਕਨਸੈਪਟ ਹੈਗਾ, ਹੁਣ ਪਹਿਲਾਂ ਓਵਰਲੋਡਿੰਗ ਦਾ ਮਤਲਬ ਦੱਸਿਆ ਕਿ ਓਵਰਲੋਡਿੰਗ ਰੈਫਰਸ ਟੂ ਦਾ ਯੂਜ਼ ਆਫ ਸਮਥਿੰਗ ਫॉर डिफरेंट परपसेस, ठीक है। C++ अलाउज फंक्शन ओवरलोडिंग
दैट इज़ वी कैन हैव मोर दैन वन फंक्शन, ठीक है। नेक्स्ट की पॉइंट है, इंपॉर्टेंट है, विद द सेम नेम इन आवर प्रोग्राम, दैट इज़ function that is with single function name we perform several tasks, ठीक है। सिंगल फंक्शन नेम है बट ਆਪਾਂ ਉਹਦੇ ਨਾਲ ਮਲਟੀਪਲ ਟਾਸਕਸ ਜਿਹੜੀਆਂ ਹੈਗੀਆਂ ਨੇ ਉਹ ਪਰਫਾਰਮ ਆਪਾਂ ਕਰ ਸਕਦੇ ਹਾਂ, ਠੀਕ ਹੈ। ਇਹ ਇੰਪੋਰਟੈਂਟ ਪੁਆਇੰਟ ਹੈ। ਫੰਕਸ਼ਨ ਓਵਰਲੋਡਿੰਗ 'ਚ ਕੀ ਹੁੰਦਾ, ਫੰਕਸ਼ਨ ਦਾ ਨੇਮ ਸੇਮ ਹੁੰਦਾ, ਠੀਕ ਹੈ, ਤੇ ਆਪਾਂ ਉਸ ਸੇਮ ਨੇਮ ਵਾਲੇ ਫੰਕਸ਼ਨ ਨੂੰ ਮਤਲਬ ਇੱਕ ਤੋਂ ਜ਼ਿਆਦਾ ਜਿਹੜੇ ਆਪਾਂ ਡਿਕਲੇਅਰ ਕਰ ਸਕਦੇ ਹਾਂ, ਠੀਕ ਹੈ। मतलब सपोज अगर ऐड नाम का एक फंक्शन है, आप अपने प्रोग्राम च बनाया है एक ऐड नाम का फंक्शन, ठीक है, पर आप ऐड नाम के 4 फंक्शन बना सकते हैं, ठीक है, 4 5 अनलिमिटेड, ठीक है। तो हर एक फंक्शन तो आप डिफरेंट वर्क जड़ा करवा सकते हैं, ठीक है। फंक्शन का नेम एक ही है ऐड, ठीक है, पर आप सेम नेम के कई फंक्शनस जोड़े वो बनाते, ठीक है। तो हर एक फंक्शन डिफरेंट टास्क परफॉर्म कर रहा है, क्लीयर। ये इत्थे आपां की कीता, फंक्शन नूं ओवरलोड कर लिया, बनिया तो एक नाम नाल फंक्शन सी, ठीक है, बट आपां उहदे नाल दे किन्ने होर फंक्शन बनाते सेम नेम दे नाल, डिफरेंट आर्गूमेंट्स पास करते, डिफरेंट वर्क आपां करवा रहे हैं, हर किसी का कोड अलग है, ठीक है, बट फंक्शन का नेम एक ही है। हो गया क्लीयर, ठीक है जी। हुण अगे देखते हैं की कंसैप्ट इहदा। Using a single function name to perform different types of task is known as function overloading, ठीक है जी। We can create more than one function name but different arguments list, ठीक है। more than one आप क्रिएट कर सकते हैं बट आर्गूमेंट्स की जी टाइप है ना वो डिफरेंट हो सकती है, क्लीयर। नंबर ऑफ आर्गूमेंट्स डिफरेंट हो सकते हैं, फंक्शन की रिटर्न टाइप डिफरेंट हो सकती है, बट फंक्शन का जोड़ा नेम है वो सेम रहेगा, ठीक है। फंक्शन का नेम सेम रहेगा, उसकी रिटर्न टाइप डिफरेंट हो सकती है, तो जो आप आर्गूमेंट्स उन्होंने पास कर रहे हैं वो आर्गूमेंट्स की जी टाइप है वो डिफरेंट हो सकती है, नंबर ऑफ आर्गूमेंट्स डिफरेंट हो सकते हैं, ठीक है, बट फंक्शन का नेम जोड़ा है ना वो सेम रहेगा, क्लीयर। पॉइंट गैट हो गया तुहानूं कि रिटर्न टाइप तो नंबर ऑफ आर्गूमेंट्स तो टाइप ऑफ आर्गूमेंट्स डिफरेंट हो सकते हैं, बट फंक्शन का नेम है जोड़ा वो सेम होएगा, यह कंडीशन है दी, ठीक है। हुण किहड़े फंक्शन नूं सिलेक्ट करना है, फंक्शन नूं जदों कॉल होनी है यह कंपाइलर ने किवें देखना है, नैक्सट आपां वो चीज़ देखांगे, ठीक है। हुण पहलां इहनूं थोड़ा देख लीए कंसैप्ट नूं। बट डिफरेंट आर्गूमेंट लिस्ट जी है वो होएगी, द फंक्शन परफॉर्म डिफरेंट ऑपरेशंस डिपेंडिंग अपॉन द आर्गूमेंट लिस्ट इन द फंक्शन कॉल, ठीक है। फंक्शन का कोड डिफरेंट हो सकता है, ठीक है, नंबर ऑफ आर्गूमेंट्स डिफरेंट वही गल है। द कंपाइलर सिलैक्ट द एप्रोप्रीएट फंक्शन, हुण किवें फंक्शन उन्हें सिलैक्ट करना है कि अगर आप सपोज जिवें इत्थे ऐड नाम के फंक्शन बनाते आप 4 फंक्शन, तो किहड़े फंक्शन नूं आपां सिलैक्ट करना है कि पहले नूं करना है, दूसरे नूं करना है, तीसरे नूं करना है, ठीक है। हुण ये सिलैक्शन किहदे बेस ते होनी है, बेस्ड ऑन द नंबर ऑफ आर्गूमेंट्स, ठीक है, एंड टाइप ऑफ आर्गूमेंट्स, ਇਹਦੇ बेस ਤੇ कॉल होनी है, ਇਹਦੇ बेस ਤੇ फंक्शन की सिलैक्शन होनी है। कि कंपाइलर ने फंक्शन की प्रोटोटाइप मैच करनी है, फिर डेफिनेशन देखनी है, ठीक है, तो फंक्शन नूं कॉल कर लेनी है, ठीक है। फंक्शन कॉल ने कॉल होनी है जदों प्रोटोटाइप देखेगा कि किहड़ा फंक्शन है तो फंक्शन फिर वो सिलैक्ट हो जाना, ठीक है। फंक्शन एप्रोप्रीएट फंक्शन करैक्ट फंक्शन, ठीक है, किहड़े बेस ते सिलैक्ट होना है, डिपेंड्स अपॉन द नंबर ऑफ आर्गूमेंट्स एंड टाइप्स ऑफ आर्गूमेंट्स, ठीक है। ਇਹਦੇ बेस ते फंक्शन नूं जिहड़ा आपां सिलैक्ट करांगे। हुण एग्जाम्पल्स दित्तियां होईयां ने भी एक ऐड नाम का फंक्शन है जिहड़ा दोनों इंट टाइप के आर्गूमेंट सिलैक्ट कर रहा है, एक ऐड नाम का फंक्शन सैकेंड जिहड़ा एक फ्लोट का लै रहा है पहला आर्गूमेंट, सैकेंड आर्गूमेंट इंट का लै रहा है, ठीक है। हुण इत्थे थर्ड फंक्शन जिहड़ा फस्ट आर्गूमेंट उहदा इंट का तो सैकेंड फ्लोट का, ठीक है। फोर्थ फंक्शन दे विच
float ਦਾ ਹੈ ਤੇ int ਦਾ ਹੈ, ठीक है। ਇਹ ਆਪਾਂ ਹਟਾ ਦਿੰਨੇ ਆ ਇੱਥੋਂ, ठीक है। ਇਹਨੂੰ ਬਾਅਦ ਚ ਆਪਾਂ ਇਹ ਚੀਜ਼ ਦੇਖਾਂਗੇ। लास्ट फंक्शन 3 आर्गूमेंट लै रहा, एक इंट का, फ्लोट का, फिर एक इंट का, ठीक है। हुण देखो इत्थे आपां कॉल की है, ये फ्लोट वैल्यू है 3,4.5। हुण पहला इंट वैल्यू है, सैकेंड फ्लोट वैल्यू है, ठीक है। हुण इहदे विचों देखोगे किहड़ा फस्ट इंट वैल्यू है, सैकेंड फ्लोट वैल्यू, यह फंक्शन चल जाएगा। दूसरे विच कॉल हुई है, दोनों इंट टाइप के ने, ठीक है, तो यह फस्ट वाले नूं कॉल हो जाएगी। तीसरा देखो पहला फ्लोट है, दूसरा इंट है, ठीक है। पहला फ्लोट है, दूसरा इंट है, तो मतलब यह फंक्शन कॉल हो जाएगी। लास्ट तुसी देखोगे फस्ट इंट है, सैकेंड फ्लोट, तो थर्ड इंट, फिर यह फंक्शन कॉल हो जाएगी, ठीक है। बेस्ड ऑन नंबर ऑफ आर्गूमेंट्स ते टाइप्स ऑफ आर्गूमेंट्स ते प्रॉपर मैच जिहड़ा होएगा। क्लीयर। हुण जदों भी आप फंक्शन कॉल करते कुछ अपने कोल केसेस आ जाते हैं, ठीक है, कि कंपाइलर किवें सिलेक्शन करता है फंक्शन की। हुण फस्ट केस जिहड़ा होगा एग्जैक्ट मैच का, मतलब जिद्दां इत्थे एग्जैक्ट मैच हो रहे हैं, ठीक है, कोई भी प्रॉब्लम नहीं आ रही, एग्जैक्ट मैच फाउंड हो रहा है। जिद्दां दोनों इंट टाइप के ने तो उत्थे दोनों इंट टाइप के फंक्शन भी प्रेजेंट है। अगर फस्ट फ्लोट आर्गूमेंट पास किया, सैकेंड इंट किया, तो वह भी फंक्शन प्रेजेंट है, ठीक है। हुण यह केस हैगा एक्चुअल एग्जैक्ट मैच का। द कंपाइलर फस्ट मैचेस द टाइप एंड नंबर ऑफ आर्गूमेंट्स, एक्चुअल आर्गूमेंट्स इन द फंक्शन कॉल विद द टाइप एंड नंबर ऑफ आर्गूमेंट्स इन फंक्शन डिक्लेरेशन, ठीक है। जो आप फंक्शन कॉल च आर्गूमेंट्स पास किए आ, उन्हां दी गिनती तो उन्हां दी टाइप है जिहड़ी वो मैच करेगी किहदे नाल, जो आप आर्गूमेंट्स ਜਿਹੜੇ फंक्शन डिक्लेरेशन ਵਿੱਚ ਆਪਾਂ पास ਕੀਤੇ ਆ, ठीक है। इन्हां दोनों की ਜਿਹੜੀ हैगी है ना गिनती तो टाइप वो आपस में मैच करेगा। फंक्शन कॉल ਦੇ ਵਿੱਚ जो आप एक्चुअल आर्गूमेंट पास कर रहे हैं, तो फंक्शन डिक्लेरेशन ਦੇ ਵਿੱਚ जो फॉर्मल आर्गूमेंट्स ने, दोनों को मैच करेगा भी ये जो आप पास किए हैं टाइप सेम है, नंबर ऑफ आर्गूमेंट्स सेम है, दैन वो फंक्शन को कॉल कर देगा, ठीक है जी। हुण ਜਿਹੜੀ ਇਹ एग्जाम्पल हैगी है, ਇਹਨੂੰ ਤੁਸੀਂ ਰਹਿਣ ਦਿਓ, ठीक है, ਇਹ नहीं लोड़ हैगी करन दी। ਹੁਣ ਇਹ ਆਪਣੇ ਕੋਲ ਇੱਕ ਆ ਗਿਆ फंक्शन, ठीक है, ਤੁਸੀਂ देख सकते हो कि ऐड नाम का फंक्शन है, ठीक है। 3 फंक्शन आप बनाए ऐड नाम के। ਹੁਣ ਇੱਥੇ रिटर्न टाइप वाइड है सारिਆਂ ਦੀ, ठीक है। रिटर्न टाइप चेंज भी हो सकती है, बट नाम सेम रहना, ठीक है। ਹੁਣ ਇਹ ਕਿਵੇਂ काम कर रहा, आप देखते हैं थोड़ा इनू। फस्ट ऐड फंक्शन है, दोनों इंट टाइप के, सैकेंड ऐड फंक्शन है, दोनों फ्लोट टाइप के, थर्ड ऐड फंक्शन है फस्ट इंट टाइप का है, तो सैकेंड फ्लोट टाइप का आर्गूमेंट है वाई। हुण इत्थे आपां वेरीएबल्स डिक्लेयर कर ले, इंट टाइप के, फ्लोट टाइप के। हुण फस्ट आपां कॉल की, बाकी है मेन फंक्शन अपना, ठीक है। उस तो नीचे आपां फंक्शनस डिफाइन किए हुए हैं। पहला फंक्शन है जिहड़ा दोनों इंट टाइप के है, दूसरा फंक्शन है दोनों फ्लोट टाइप के, तीसरा फंक्शन दोनों एक इंट है एक फ्लोट है, ठीक है। फंक्शन डेफिनेशन तुसी जिहड़ी है दिती हुई है ना नीचे, किसी भी ऑर्डर च दे सकते हो, ठीक है। फंक्शन एग्जीक्यूट किस ऑर्डर च होने हैं, जिस ऑर्डर च फंक्शन को कॉल होएगी, ठीक है। क्योंकि फंक्शन डेफिनेशन के कंट्रोल किन्ने शिफ्ट करना है, फंक्शन कॉल स्टेटमेंट ने, ठीक है। फंक्शन की एग्जीक्यूशन तो फंक्शन कॉल के थ्रू ही होनी है, उदा तो हो नहीं सकती, ठीक है जी। हुण इत्थे ऐड फंक्शन नू कॉल हुई है, ए बी पास किते आपां, ए बी दोनों ही जिहड़े आर्गूमेंट्स ने वो इंट टाइप के ने, ठीक है। मतलब वो फंक्शन सिलेक्ट होएगा जिहड़ा जिहदे दोनों आर्गूमेंट्स इंट टाइप के, जिवें F1 है वो ऐड फंक्शन है, ठीक है। फस्ट वाला दोनों इंट टाइप के ने, ठीक है। उस तो बाद नैक्सट फंक्शन कॉल हुई है सी तो डी। हुण सी दोनों फ्लोट टाइप के, ठीक है। वो फंक्शन फिर सी डी की पहला मैचिंग किहदे नाल होई है, फंक्शन प्रोटोटाइप नाल, ठीक है। दैन जिहड़ा अपने कोल यह फंक्शन बनया ऐड सैकेंड, इनू कॉल हो जानी है क्योंकि दोनों ही फ्लोट टाइप के आर्गूमेंट्स ने, ठीक है। दैन थर्ड फंक्शन कॉल है जी, एक एक्स है एक वाई है, एक्स इंट है तो वाई फ्लोट, ठीक है। तो यह तुसीं देख सकते हो कि प्रोटोटाइप है पहला इंट दैन फ्लोट, ठीक है। थर्ड
पोजीशन ते जिहड़ा आपां फंक्शन डिफाइन किया सी उन्होंने कॉल हो जानी है, ठीक है। तो एक्स वाई नू वैल्यूज़ पास हो जानियां ने एक्चुअल आर्गूमेंट्स दियां, ठीक है, वो भी एक्स वाई है, ठीक है। तो दैन एडिशन होके आपां नू रिजल्ट मिल जाएगा। क्लीयर। यह केस सीगा फस्ट जिहदे विच एग्जैक्ट मैच है, ठीक है। उस बाद नैक्सट जिहड़ा अपने कोल, ठीक है, ये टाइप कन्वर्जन का कंसैप्ट यूज़ होंदा है। तुहानूं मैं जो सी दे आपां क्लासेस लाइयां सी उदों तुहानूं दित्ता सीगा, मैं टाइप कन्वर्जन के नोट्स भी दिते सी, आपां समझ कीता भी सी उन्होंने, ठीक है। हुण सैकेंड की है, किहड़ा केस आ गया कि इफ एन एग्जैक्ट मैच इज़ नॉट फाउंड, दैन की होना है, कंपाइलर जिहड़ा है वो यूज़ करेगा प्रमोशन एंड कन्वर्ट्स द एक्चुअल आर्गूमेंट्स सच एज। हुण प्रमोशन का की मतलब है, प्रमोशन जो होंदी है छोटे रैंक तो वड्डे रैंक में होंदी है, उन्होंने आपां बोलांगे प्रमोशन, ठीक है। हुण डाटा टाइप्स के केस च की हो रही है प्रमोशन कि छोटी डाटा टाइप तो वड्डी डाटा टाइप में कन्वर्जन है जिहड़ी वो कंपाइलर ने अपने आप कर देनी है, ठीक है, बाय इंटरनल बाय द कंपाइलर, छोटी डाटा टाइप चों वड्डी डाटा टाइप, ठीक है। हुण एग्जाम्पल वास्ते एग्जाम्पल है एक बिल्कुल ईजी एग्जाम्पल है, सपोज अपने कोल एक 7 इंटीजर वैल्यू है, ठीक है। अगर आप इनू फ्लोट में कन्वर्ट करते हैं इन्हें की बन जाना 7.0006 टाइम्स 0, ठीक है। आफ्टर डेसीमल 6 डिजिट होंगे, ठीक है, यह बन जाना, ठीक है। हुण इत्थे देखो ए इंट सी, यह छोटी डाटा टाइप है, यह फ्लोट है, यह वड्डी डाटा टाइप है, यह 2 बाइट लै रहा, यह 4 बाइट लै रहा, ठीक है। हो गया क्लीयर कि इत्थे अपने को भी डाटा मिल गया, होर डाटा ऐड हो गया, भावें 0 ही है बट मोर डिटेल आ गई, ठीक है। हुण यह 2 बाइट लै रहा सी, यह 4 बाइट लै रहा, छोटी डाटा टाइप कन्वर्जन अपने आप हो जानी है वड्डी डाटा टाइप, ठीक है। उही सपोज अगर अपने को इत्थे वैल्यू होंदी 7.5, यह फ्लोट टाइप की है समझो, यह 4 बाइट लै रहा, तो अगर आप इनू जिहड़ा कन्वर्जन है यदी, ठीक है, वो अगर आप करनी है इंट विच, ठीक है, तो इंट विच जो आप करांगे अपने को कल्ला 7 नहीं आएगा, ठीक है। यह जिहड़ा 0.5 है यह जिहड़ा अपने कोल लॉस हो जाना, ठीक है। पर यह जिहड़ी कन्वर्जन है ना छोटी वड्डी डाटा टाइप चों यह 2 बाइट लै रहा ना इंट, ठीक है। हुण देखो यह 4 बाइट च डाटा स्टोर कर रहा है, यह 2 बाइट विच डाटा स्टोर कर रहा है, तो 2 बाइट्स कित्थे गईयां, वो तो अपने को लॉस होणगियां ही फिर, ठीक है। हुण इत्थे 7.5 सी बट इत्थे अपने को कल्ला 7 आया इंट विच, ठीक है, 0.5 जिहड़ा डाटा सी लॉस हो गया, ठीक है। इस तरह की कन्वर्जन बाय द कंपाइलर नहीं की जाती, ठीक है। जिथे डाटा लॉस हो रहा हो कंपाइल कन्वर्जन जी कंपाइलर ने खुद नहीं करनी, वो यूज़र द्वारा ही की जाएगी, ठीक है। कंपाइलर ने तुहानूं एरर दे देना कि जिहड़ी फ्लोट वाली वैल्यू है वो इंटीजर विच आपां कन्वर्ट नहीं करनी जां नहीं कर सकते, यूज़र खुद जिहड़ा वो बाय एक्सटर्नल जिहड़ा यूज़र खुद करेगा, क्लीयर, क्योंकि इत्थे डाटा लॉस हो रहा है। पर जिहड़ी प्रमोशन है, ठीक है, यह जिहड़ी प्रमोशन वाली है कि छोटी डाटा टाइप चों वड्डी डाटा टाइप च कन्वर्जन अपने आप जिहड़ी कंपाइलर ने कर देनी, इहनूं बोलदे प्रमोशन, ठीक है। हुण बिल्कुल एक होर मैं तुहानूं एग्जाम्पल दे दिना, ठीक है। वैसे चलो ये अपना टॉपिक नहीं है, थोड़ा जिहा तुहानूं मैं दस दिना क्योंकि यह प्रमोशन वाला कंसैप्ट या कन्वर्जन वाला कंसैप्ट तुहानूं क्लीयर हो जाएगा। हुण इत्थे सपोज अपने को एक रूम है, ठीक है, रूम 1, ठीक है, इत्थे अपने को रूम है रूम 2। हुण रूम 1 छोटा है, ठीक है, रूम 1 वड्डा और रूम 1 छोटा है तो रूम 2 जिहड़ा वो वड्डा। हुण इहदे विच जो अपने कोल समान सीगा अगर आप रूम 2 च शिफ्ट कर देंगे तो इन्ने के एरिया च आ जाना, बाकी का एरिया अपने कोल खाली रह जाना, ठीक है। कुछ भी समान इदां दा नहीं रहा जिहड़ा बाहर रह जाए जां लॉस हो जाए, ठीक है। सारा समान R1 रूम चों R2 च शिफ्ट हो गया, क्लीयर, क्योंकि R1 वैसे एरिया वाइज छोटा है तो R2 एरिया वाइज वड्डा, ठीक है। इदां ही है डाटा टाइप जिहड़ी 2 बाइट लै रही है, यह डाटा टाइप 4 बाइट लै रही है, ठीक है। ये तो सगों स्पेस वध गई है, ठीक है। इस तरह हुण देखो कि अगर आपां यही काम अगर अपने को R2 रूम जिहड़ा वड्डा है, ठीक है, ये समान पिया आ, इत्थे R1 रूम जिहड़ा वो छोटा है एरिया वाइज ते, ठीक है। हुण जदों आपां डाटा शिफ्ट करांगे फ्रॉम R2 टू R1, ठीक है, कुछ समान ये आ जाएगा, कुछ जिहड़ा वो बाहर रह जाएगा, यह अपना लॉस हो गया, यह डाटा जिहड़ा है जां यह समान सी जिहड़ा रूम 1 च नहीं आया, ठीक है। इस तरह ही
ਇਹ 2 ਬਾਈਟ ਲੈ ਰਿਹਾ ਸੀ, ਇਹ 4 ਬਾਈਟ ਲੈ ਰਿਹਾ ਸੀ, ਇਹ ਇੰਟ ਹੈ, ਇਹ ਫਲੋਟ ਹੈ। 0.5 ਜਿਹੜਾ ਉਹ ਲੋਸ ਹੋ ਗਿਆ ਨਾ ਆਪਣਾ, ਕੱਲਾ 7 ਹੀ ਸਟੋਰ ਹੋਇਆ, 7.5 ਨਹੀਂ ਆਇਆ। ਠੀਕ ਹੈ, ਇਹ ਕਨਸੈਪਟ ਹੈਗਾ। ਇਹਦੇ ਵਿੱਚ ਡਾਟਾ ਲੋਸ ਹੋ ਰਿਹਾ ਸੈਕਿੰਡ ਕੇਸ ਦੇ ਵਿੱਚ। ਠੀਕ ਹੈ, ਪਰ ਫਸਟ ਕੇਸ ਜਿਹੜੀ ਉਹਦੇ ਵਿੱਚ ਡਾਟਾ ਲੋਸ ਨਹੀਂ ਹੋ ਰਿਹਾ। ਠੀਕ ਹੈ, ਤੇ ਇਹ ਜਿਹੜਾ ਕੰਮ ਹੈ ਇਹ ਕੰਪਾਈਲਰ ਖੁਦ ਕਰ ਦਿੰਦਾ ਹੈ, ਕਿਉਂਕਿ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਡਾਟਾ ਲੋਸ ਨਹੀਂ ਹੈ। ਜਿਹਦੇ ਵਿੱਚ ਡਾਟਾ ਲੋਸ ਹੈ ਤਾਂ ਕੰਪਾਈਲਰ ਫਿਰ ਯੂਜ਼ਰ ਨੂੰ ਪ੍ਰੋਮਪਟ ਕਰੇਗਾ ਕਿ ਤੁਸੀਂ ਜਿਹੜਾ ਡਾਟਾ ਟਾਈਪ ਜਿਹੜੀ ਹੈ ਜੇ ਖੁਦ ਕਨਵਰਜ਼ਨ ਕਰ ਲਓ, ਤੇ ਕੰਪਾਈਲਰ ਦੁਆਰਾ ਨਹੀਂ ਕੀਤੀ ਜਾਏਗੀ। ਠੀਕ ਹੈ ਜੀ, ਪ੍ਰਮੋਸ਼ਨ ਦਾ ਕੇਸ ਇਹ ਹੈਗਾ। ਹੁਣ ਦੇਖੋ ਵੀ ਪ੍ਰਮੋਸ਼ਨ ਜਿਵੇਂ ਕੈਰ ਸ਼ਾਰਟ ਇੰਟ ਟੂ ਕਿਹਦੇ ਵਿੱਚ ਇੰਟ 'ਚ। ਠੀਕ ਹੈ, ਕੈਰ ਸ਼ਾਰਟ ਹੈ ਘੱਟ ਸਾਈਜ਼ ਲੈਂਦੇ ਨੇ ਇੰਟ ਨੂੰ, ਫਲੋਟ ਟੂ ਡਬਲ। ਠੀਕ ਹੈ, ਹੁਣ ਇੰਟ ਜਿਹੜੀ ਹੈ ਉਹ ਫਲੋਟ ਵਿੱਚ ਵੀ ਕਨਵਰਟ ਹੋ ਸਕਦੀ ਹੈ ਤੇ ਡਬਲ ਵਿੱਚ ਵੀ ਕਨਵਰਟ ਹੋ ਸਕਦੀ ਹੈ। ਆਪਾਂ ਹੁਣੇ ਦੇਖਿਆ। ਠੀਕ ਹੈ, ਛੋਟੀ ਟੂ ਵੱਡੀ ਡਾਟਾ ਟਾਈਪ 'ਚ ਕਨਵਰਜ਼ਨ ਜਿਹੜਾ ਹੈ ਬਾਏ ਦਾ ਕੰਪਾਈਲਰ ਹੀ ਹੋ ਜਾਣੀ ਹੈ। ਹੁਣ ਇਹ ਐਗਜ਼ਾਮਪਲ ਦੇ ਵਿੱਚ ਇਹੀ ਦੱਸਿਆ ਗਿਆ। ਹੁਣ ਇੱਥੇ ਦੇਖੋ ਇੱਕ ਫੰਕਸ਼ਨ ਆਪਾਂ ਡਿਫਾਈਨ ਕਰ ਲਿਆ, ਪ੍ਰਿੰਟ ਨਾਮ ਦਾ, ਜਿਹੜਾ ਇੱਕ ਕਿਊ ਵੇਰੀਏਬਲ ਲੈ ਰਿਹਾ ਇੰਟ ਟਾਈਪ ਦਾ। ਇੱਕ ਪ੍ਰਿੰਟ ਫੰਕਸ਼ਨ ਜਿਹੜਾ ਹੈ ਉਹ ਡਬਲ ਦਾ ਰਹਿ ਰਿਹਾ ਡੀ। ਠੀਕ ਹੈ ਜੀ, ਹੁਣ ਦੇਖੋ ਜੀ ਇੱਥੇ ਮੇਨ ਦੇ ਵਿੱਚ ਆਪਣੇ ਕੋਲ ਇੱਕ ਸ਼ਾਰਟ ਦਾ ਐਕਸ ਵੇਰੀਏਬਲ ਹੈ। ਠੀਕ ਹੈ, ਇੱਕ ਕੈਰ ਦਾ ਏ ਵੇਰੀਏਬਲ ਹੈ। ਹੁਣ ਇੱਕ ਐਕਸ ਨਾਲ ਕੋਲ ਹੋ ਗਈ, ਇੱਕ ਏ ਨਾਲ ਕੋਲ ਹੋ ਗਈ। ਹੁਣ ਦੇਖੋ ਇਹ ਜਿਹੜਾ ਸ਼ਾਰਟ ਸੀ, ਇੱਕ ਆਪਣੇ ਕੋਲ ਫਲੋਟ ਦੀ ਵੈਲਿਊ ਵੀ ਇੱਥੇ ਲਈ ਹੋਈ ਹੈ, ਫਲੋਟ ਸੀ। ਠੀਕ ਹੈ, ਇਹਦੇ ਨਾਲ ਵੀ ਆਪਾਂ ਕਾਲ ਕੀਤੀ ਹੈ। ਠੀਕ ਹੈ, ਹੁਣ ਦੇਖੋ ਜਦੋਂ ਐਕਸ ਦੇ ਨਾਲ ਆਪਾਂ ਕਾਲ ਕਰਨੀ ਹੈ। ਠੀਕ ਹੈ, ਐਕਸ ਸ਼ਾਰਟ ਟਾਈਪ ਦਾ, ਇਹਨੇ ਕੀ ਕਰਨਾ ਹੈ, ਇਹਨੇ ਉਹ ਫਸਟ ਵਾਲੇ ਫੰਕਸ਼ਨ ਨੂੰ ਕਾਲ ਕਰ ਦੇਣੀ ਹੈ। ਠੀਕ ਹੈ, ਫਸਟ ਵਾਲੇ ਫੰਕਸ਼ਨ ਨੂੰ ਕਾਲ ਕਰ ਦੇਗਾ ਜਿਹੜਾ ਆਪਾਂ ਇੰਟ ਟਾਈਪ ਦਾ ਕੀਤਾ, ਕਿਉਂਕਿ ਕੈਰ ਸ਼ਾਰਟ ਟੂ ਇੰਟ ਹੋ ਜਾਣੀ ਹੈ ਕਾਲ। ਠੀਕ ਹੈ, ਇਸੇ ਤਰ੍ਹਾਂ ਜਦੋਂ ਆਪਾਂ ਕੈਰ ਵਾਲੇ ਨਾਲ ਕਾਲ ਕੀਤੀ ਦੈਨ ਅਗੇਨ ਫਸਟ ਵਾਲੇ ਨੂੰ ਕਾਲ ਹੋਣੀ ਹੈ, ਕਿਉਂਕਿ ਕੈਰ ਇੰਟ ਨੂੰ ਕਨਵਰਟ ਹੋ ਜਾਣਾ, ਸ਼ਾਰਟ ਵੀ ਇੰਟ 'ਚ ਕਨਵਰਟ ਹੋ ਜਾਣਾ। ਠੀਕ ਹੈ, ਉਸ ਤੋਂ ਬਾਅਦ ਜਿਹੜਾ ਥਰਡ ਹੈ, ਥਰਡ ਫਲੋਟ ਸੀ ਨਾਮ ਦਾ ਫਲੋਟ ਦਾ ਵੇਰੀਏਬਲ ਹੈ, ਪ੍ਰਿੰਟ ਸੀ ਆਪਾਂ ਲਿਖਿਆ ਹੋਇਆ ਇੱਥੇ। ਠੀਕ ਹੈ, ਪ੍ਰਿੰਟ ਸੀ। ਹੁਣ ਇਹ ਫਲੋਟ ਹੈ, ਫਲੋਟ ਇੰਟ ਵਿੱਚ ਕਨਵਰਜ਼ਨ ਨਹੀਂ ਹੋਣੀ ਫਲੋਟ ਦੀ। ਫਲੋਟ ਮਤਲਬ ਛੋਟੀ ਤੋਂ ਵੱਡੀ ਡਾਟਾ ਟਾਈਪ 'ਚ ਕਨਵਰਜ਼ਨ ਹੋਏਗੀ ਆਪਣੇ ਆਪ। ਠੀਕ ਹੈ, ਤੇ ਵੱਡੀ ਡਾਟਾ ਟਾਈਪ ਕਿਹੜੀ ਹੈ ਫਲੋਟ ਤੋਂ, ਡਬਲ, ਤਾਂ ਇਹਨੂੰ ਕਾਲ ਹੋ ਜਾਣੀ ਹੈ। ਠੀਕ ਹੈ, ਹੋ ਗਿਆ ਕਨਸੈਪਟ ਕਲੀਅਰ ਇੰਨਾ। ਉਸ ਤੋਂ ਬਾਅਦ ਇਹ ਨਹੀਂ ਲੋਡ ਕਰਨ ਦੀ। ਠੀਕ ਹੈ, ਤੁਸੀਂ ਰਹਿਣ ਦਿਓ ਜਦੋਂ ਵੀ PDF 'ਚੋਂ ਕਰੋਗੇ। ਨੈਕਸਟ ਜਿਹੜਾ ਲਾਸਟ ਕੇਸ ਇਹਦੇ ਵਿੱਚ ਕਿ ਅਗਰ ਕਿਸੇ ਕਨਵਰਜ਼ਨ ਦੇ ਮਲਟੀਪਲ ਮੈਚਸ ਫਾਊਂਡ ਹੁੰਦੇ ਹੋਣ। ਠੀਕ ਹੈ, ਇੱਕ ਤੋਂ ਵੱਧ ਮੈਚ ਫਾਊਂਡ ਹੋਣ। ਠੀਕ ਹੈ, ਉਸ ਟਾਈਮ 'ਚ ਕੀ ਹੋਣਾ ਹੈ, ਉਸ ਟਾਈਮ 'ਚ ਐਰਰ ਜਨਰੇਟ ਹੋਏਗਾ। ਠੀਕ ਹੈ, ਜਿਵੇਂ ਇਹ ਇੱਕ ਐਗਜ਼ਾਮਪਲ ਦਿੱਤੀ ਹੋਈ ਹੈ, ਈਜ਼ੀ ਐਗਜ਼ਾਮਪਲ, ਇੱਕ ਸਿੰਪਲ ਜਿਹੀ ਐਗਜ਼ਾਮਪਲ ਹੈ ਕਿ ਇੱਕ ਫਲੋਟ ਵਾਲਾ ਆਪਾਂ ਲਿਖਿਆ F1, ਫਲੋਟ ਦਾ ਫੰਕਸ਼ਨ F1 ਆਰਗੂਮੈਂਟ ਲੈ ਰਿਹਾ ਫਲੋਟ ਟਾਈਪ, ਇੱਕ ਡਬਲ ਟਾਈਪ ਲੈ ਰਿਹਾ। ਠੀਕ ਹੈ, ਤੇ ਇਹ ਆਪਾਂ ਮੇਨ ਵਿੱਚੋਂ ਕਾਲ ਕਰ ਰਹੇ ਹਾਂ ਫੰਕਸ਼ਨ ਨੂੰ 5 ਵੈਲਿਊ ਪਾਸ ਕਰਕੇ। ਹੁਣ 5 ਇੰਟੀਜਰ ਵੈਲਿਊ ਹੈ। ਠੀਕ ਹੈ, ਤੇ ਜਿਹੜਾ ਇੰਟ ਹੈ ਉਹ ਫਲੋਟ 'ਚ ਕਨਵਰਟ ਹੋ ਸਕਦਾ ਤੇ ਡਬਲ 'ਚ ਵੀ ਕਨਵਰਟ ਹੋ ਸਕਦਾ। ਠੀਕ ਹੈ, ਇਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਫਿਰ ਜਿਹੜਾ ਕੰਪਾਈਲਰ ਹੈ, ਹੇਅਰ ਵੈਨ ਦਾ ਕੰਪਾਈਲਰ will call the function F1, it will generate the error because here ambiguous situation created that whether the 5 integer value should be converted to float or double type because both conversions are valid। ठीक है, ਤੁਹਾਡੇ ਸਿਲੇਬਸ 'ਚ ਹੈਗਾ ਕਿ ambiguous problem ਕਿਹੜੀ ਹੈ ਫੰਕਸ਼ਨ ਓਵਰਲੋਡਿੰਗ ਵਿੱਚ, ਤਾਂ ਉਹ ਇਹ ambiguous problem ਹੈ। ਠੀਕ ਹੈ, ਕੰਪਾਈਲਰ ਨੂੰ ਨਹੀਂ ਪਤਾ ਚੱਲ ਰਿਹਾ ਕਿ ਫਲੋਟ ਵਿੱਚ ਕਨਵਰਟ ਕਰਾਂ 5 ਨੂੰ ਇੰਟੀਜਰ ਨੂੰ ਜਾਂ ਡਬਲ 'ਚ ਕਨਵਰਟ ਕਰਾਂ। ਠੀਕ ਹੈ, ਇੱਥੇ ਫਿਰ ਜਿਹੜਾ ਉਹ ਯੂਜ਼ਰ ਦੀ ਇੰਟਰਫੇਰੈਂਸ ਹੋਏਗੀ। ਯੂਜ਼ਰ ਜਿਹੜਾ ਉਹ ਖੁਦ ਸਪੈਸੀਫਾਈ ਕਰੇਗਾ ਕਿ 5 ਨੂੰ ਕਿਸ ਵੈਲਿਊ 'ਚ ਕਨਵਰਟ ਕਰਨਾ ਹੈ, ਵੈਦਰ ਟੂ ਕਨਵਰਟ ਫਲੋਟ ਔਰ ਡਬਲ। ਓਕੇ, ਇੱਥੇ ਯੂਜ਼ਰ ਫਿਰ ਖੁਦ ਸਪੈਸੀਫਾਈ ਕਰੇਗਾ। ਠੀਕ ਹੈ, ਅਗਰ ਐਗਜ਼ਾਮ 'ਚ ਤੁਹਾਨੂੰ ਕੁਐਸਚਨ ਆਉਂਦਾ ਐਂਬੀਗਿਊਸ ਪ੍ਰੋਬਲਮ ਕੀ ਹੈ, ਇਹ ਐਗਜ਼ਾਮਪਲ ਕਰਕੇ ਨਾਲ ਤੁਸੀਂ ਇਹ ਸਪੈਸੀਫਾਈ ਕਰ ਸਕਦੇ ਹੋ ਕਿ ਯੂਜ਼ਰ ਜਿਹੜਾ ਫਿਰ ਖੁਦ ਸਪੈਸੀਫਾਈ ਕਰੇਗਾ ਕਿ 5 ਜਿਹੜੀ ਵੈਲਿਊ ਹੈ ਇੰਟੀਜਰ ਵੈਲਿਊ ਨੂੰ ਫਲੋਟ 'ਚ ਕਨਵਰਟ ਕਰਨਾ ਜਾਂ ਡਬਲ 'ਚ ਕਨਵਰਟ ਕਰਨਾ। ਠੀਕ ਹੈ, ਹੁਣ ਨੈਕਸਟ ਜਿਹੜਾ ਪ੍ਰੋਗਰਾਮ ਹੈ ਉਹਦੇ ਵਿੱਚ ਇਹੀ ਆਪਾਂ ਦਿਖਾਇਆ। ਠੀਕ ਹੈ, ਨੈਕਸਟ ਜਿਹੜਾ ਪ੍ਰੋਗਰਾਮ ਹੈ
ਹੁਣ ਦੇਖੋ ਇੱਥੇ मतलब इंट A5 ਜਿਹੜਾ ਤੁਸੀਂ ਲਿਖ ਸਕਦੇ ਹੋ, ਡਿਕਲੇਅਰ ਕਰ ਸਕਦੇ ਹੋ, ठीक है। ਜਾਂ ਰਹਿਣ ਦਿਓ, ਕੋਈ ਲੋੜ ਨਹੀਂ ਇੱਥੇ ਜਿਹੜਾ ਇਹ ਲਿਖਿਆ ਹੋਇਆ ਨਾ ਛੋਟਾ ਜਿਹਾ, ਇਹ ਭਾਵੇਂ ਰਹਿਣ ਦਿਓ, ਨਾ ਲਿਖਿਓ, ਲੋੜ ਨਹੀਂ ਹੈ। ਹੁਣ ਦੇਖੋ ਇਹ ਸਟੇਟਮੈਂਟ ਸੀ ਜਿਹੜੀ ਉੱਪਰ ਪ੍ਰੋਗਰਾਮ ਵਿੱਚ ਸੀਗੀ, ਇਹਨੂੰ ਆਪਾਂ ਇਸ ਤਰ੍ਹਾਂ ਚੇਂਜ ਕਰਤਾ, ਠੀਕ ਹੈ। ਟਾਈਪ ਕਨਵਰਜ਼ਨ ਆਪਾਂ ਪੜ੍ਹਿਆ ਹੈ ਨਾ, ਟਾਈਪ ਆਪਰੇਟਰ, ਵੀ ਪਹਿਲਾਂ ਬ੍ਰੈਕਟ ਦੇ ਵਿੱਚ ਆਪਾਂ ਟਾਈਪ ਸਪੈਸੀਫਾਈ ਕਰ ਦਿੰਦੇ ਹਾਂ ਕੋਈ ਵੀ, ਤੇ ਉਹਦੇ ਅੱਗੇ ਹੋਏਗਾ ਕੋਈ ਵੈਲਿਊ ਜਾਂ ਕੋਈ ਐਕਸਪ੍ਰੈਸ਼ਨ ਹੋਏਗਾ, ਠੀਕ ਹੈ। ਹੁਣ ਇਹ 5 ਕੀ ਆ, 5 ਪਹਿਲਾਂ ਟੈਂਪਰੇਰੀ ਜਿਹੜਾ ਇੱਕ 5 ਫਲੋਟ 'ਚ ਕਨਵਰਟ ਹੋਏਗਾ, ਦੈਨ ਫਿਰ ਜਿਹੜਾ ਇਹ ਫਲੋਟ ਵਾਲਾ ਫੰਕਸ਼ਨ ਹੈ ਇਹਨੂੰ ਕਾਲ ਹੋ ਜਾਏਗੀ, ਠੀਕ ਹੈ। ਇਹ ਆਪਣਾ ਇਹ ਪ੍ਰੋਗਰਾਮ ਵਿੱਚ ਉੱਪਰ ਹੈਸ਼ ਇਨਕਲੂਡ ਸਟੇਟਮੈਂਟਸ ਸਪੈਸੀਫਾਈ ਕਰ ਲੈਣਾ, ਠੀਕ ਹੈ। ਜਦੋਂ ਕਰੋਗੇ ਇਹਦੇ ਵਿੱਚ ਇਹ ਸਿੰਪਲ ਐਗਜ਼ਾਮਪਲ ਲਿਖੀ, ਇਹਦੇ ਵਿੱਚ ਨਹੀਂ ਹੈ। ਇਹ ਫੰਕਸ਼ਨ ਦੀਆਂ ਪ੍ਰੋਟੋਟਾਈਪਸ ਆਪਾਂ ਲਿਖਤੀਆਂ, ਇਹ ਆਪਣਾ ਮੇਨ ਫੰਕਸ਼ਨ ਆ ਗਿਆ, ਠੀਕ ਹੈ। ਹੁਣ ਦੇਖੋ ਪ੍ਰੋਟੋਟਾਈਪ ਡਿਫਾਈਨ ਕਰਨ ਦੀ ਲੋੜ ਕਦੋਂ ਪੈਂਦੀ, ਜਦੋਂ ਆਪਾਂ ਫੰਕਸ਼ਨਸ ਨੂੰ ਮੇਨ ਦੇ ਨੀਚੇ ਡਿਫਾਈਨ ਕਰਨਾ ਹੋਵੇ, ਫਿਰ ਆਪਾਂ ਨੂੰ ਇਹਦੇ ਮੇਨ ਦੇ ਉੱਪਰ ਆਪਾਂ ਨੂੰ ਪ੍ਰੋਟੋਟਾਈਪਸ ਦੇਣ ਦੀ ਲੋੜ ਪੈਂਦੀ ਹੈ, ਠੀਕ ਹੈ। ਅਦਰਵਾਈਜ਼ ਅਗਰ ਆਪਾਂ ਮੇਨ ਦੇ ਉੱਪਰ ਹੀ ਡਿਫਾਈਨ ਕਰ ਦੇਣੇ ਆ ਫੰਕਸ਼ਨ, ਦੈਨ ਪ੍ਰੋਟੋਟਾਈਪ ਦੀ ਲੋੜ ਨਹੀਂ ਹੈਗੀ, ਠੀਕ ਹੈ। ਹੁਣ ਇਹ ਸਟੇਟਮੈਂਟ ਨੂੰ, ਇਹ ਪ੍ਰੋਗਰਾਮ ਉੱਪਰ ਵਾਲਾ ਸੀਗਾ ਜਿਹੜਾ ਆਪਾਂ ਹੁਣੇ ਇਹ ਦੇਖਿਆ ਹੈ ਨਾ, ਇਹ ਪ੍ਰੋਗਰਾਮ ਸੀਗਾ ਇਹ, ਠੀਕ ਹੈ। ਤੇ ਇਹਦੇ ਵਿੱਚ ਸਿਰਫ ਇੱਕ ਸਟੇਟਮੈਂਟ ਚੇਂਜ ਹੋਣੀ ਹੈ ਕਿ ਯੂਜ਼ਰ ਨੇ ਖੁਦ ਸਪੈਸੀਫਾਈ ਕਰ ਦੇਣਾ ਕਿ ਜਿਹੜਾ 5 ਹੈ ਇਹਨੂੰ ਮੈਂ ਕਿਹਦੇ ਵਿੱਚ ਕਨਵਰਟ ਕਰਨਾ ਹੈ, ਠੀਕ ਹੈ। ਤੇ ਇਹ ਸਟੇਟਮੈਂਟ ਨੂੰ ਆਪਾਂ ਰਿਪਲੇਸ ਕਰ ਦੇਣਾ ਇਹ ਸਟੇਟਮੈਂਟ ਦੇ ਨਾਲ, ਠੀਕ ਹੈ। ਇਹ ਜਿੰਨੇ ਵੀ ਆਪਾਂ ਪ੍ਰੋਗਰਾਮਸ ਦੇਖ ਰਹੇ ਹਾਂ ਨਾ, ਤੁਸੀਂ ਇਹ ਰਨ ਕਰਕੇ ਦੇਖਣੇ ਆ, ਜੋ ਮੈਂ ਤੁਹਾਨੂੰ ਲੈਕਚਰ ਦਿੱਤਾ ਸੀਗਾ ਕਿ ਆਪਾਂ ਕਿਹੜੀ ਐਪ ਯੂਜ਼ ਕਰ ਸਕਦੇ ਹਾਂ C++ ਪ੍ਰੋਗਰਾਮਸ ਰਨ ਕਰਨ ਲਈ, ਉਹ ਐਪ ਨੂੰ ਯੂਜ਼ ਕਰੋ, ਇਹ ਪ੍ਰੋਗਰਾਮਸ ਉਹਦੇ 'ਚ ਚਲਾ ਕੇ ਦੇਖੋ, ਠੀਕ ਹੈ। ਉਹ ਵੀਡੀਓ ਨੂੰ ਜ਼ਰੂਰ ਦੇਖੋ ਕਿ ਕਿਵੇਂ ਆਪਾਂ ਰਨ ਕਰਨੇ ਆ। ਮੈਂ ਉਸ ਵੀਡੀਓ ਦਾ ਲਿੰਕ ਜਿਹੜਾ ਇਸ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਮੈਂ ਪਾ ਦਾਂਗਾ, ਅਗਰ ਤੁਸੀਂ ਨਹੀਂ ਦੇਖਿਆ ਤਾਂ ਉਹਨੂੰ ਦੇਖ ਸਕਦੇ ਹੋ, ਠੀਕ ਹੈ। ਹੁਣ ਇੱਥੇ ਆਪਾਂ ਸਪੈਸੀਫਾਈ ਕਰਦਾ ਕਿ ਫਲੋਟ, ਅਗਰ ਆਪਾਂ ਇੱਥੇ ਡਬਲ ਲਿਖ ਦਿੰਦੇ ਤਾਂ ਦੈਨ ਇਹਨੂੰ ਕਾਲ ਹੋ ਜਾਣੀ ਸੀ, ਪਰ ਆਪਾਂ ਇੱਥੇ ਫਲੋਟ ਲਿਖਿਆ, ਇਹ ਫੰਕਸ਼ਨ ਨੂੰ ਕਾਲ ਹੋ ਜਾਏਗੀ, ਕਲੀਅਰ। ਹੁਣ ਇਹ ਇਫ ਆਲ ਦਾ ਸਟੈਪਸ ਜਿਹੜੇ ਆ ਫੇਲ ਹੋ ਜਾਂਦੇ ਆ, ਦੈਨ ਕੰਪਾਈਲਰ ਵਿਚ ਯੂਜ਼ ਦਾ ਯੂਜ਼ਰ ਡਿਫਾਈਨਡ ਕਨਵਰਜ਼ਨਸ ਟੂ ਫਾਈਂਡ ਦਾ ਯੂਨੀਕ ਮੈਚ, ਠੀਕ ਹੈ। ਯੂਜ਼ਰ ਡਿਫਾਈਨਡ ਕਨਵਰਜ਼ਨਸ ਦਾ ਮਤਲਬ ਇਹੀ ਹੈ ਕਿ ਆਪਾਂ ਖੁਦ ਸਪੈਸੀਫਾਈ ਕਰਾਂਗੇ, ਠੀਕ ਹੈ, ਕਿ ਕਿਹੜੀ ਟਾਈਪ ਵਿੱਚ ਕਨਵਰਜ਼ਨ ਕਰਨੀ ਹੈ ਫੰਕਸ਼ਨ ਕਾਲ ਦੇ ਵਿੱਚ, ਫਿਰ ਉਹ ਜਿਹੜਾ ਕੰਪਾਈਲਰ ਹੈ ਉਹ ਮੈਚ ਕਰਕੇ ਜਿਹੜਾ ਉਹ ਕਾਲ ਕਰ ਲੇਗਾ ਫੰਕਸ਼ਨ ਨੂੰ, ਠੀਕ ਹੈ ਜੀ। ਫੰਕਸ਼ਨ ਓਵਰਲੋਡਿੰਗ ਦਾ ਜਿਹੜਾ ਇਹ ਕਨਸੈਪਟ ਸੀਗਾ ਇੱਥੋਂ ਤੱਕ, ਠੀਕ ਹੈ। ਹੁਣ ਜਿਵੇਂ ਐਗਜ਼ਾਮਪਲ ਇਹਦੀ ਹੋਰ ਹੈ ਕਿ ਜਿਵੇਂ ਇੱਕ ਕੈਲਕੂਲੇਟ ਨਾਮ ਦਾ ਫੰਕਸ਼ਨ ਹੈ, ਠੀਕ ਹੈ। ਕੈਲਕੂਲੇਟ ਨਾਮ ਦਾ ਆਪਾਂ ਫੰਕਸ਼ਨ ਵੀ ਬਣਾ ਸਕਦੇ ਹਾਂ, ਠੀਕ ਹੈ। ਉਹ ਕੀ ਕਰ ਰਿਹਾ ਹੈ, ਇੱਕ ਪਹਿਲਾ ਫੰਕਸ਼ਨ ਜਿਹੜਾ ਕੈਲਕੂਲੇਟ ਨਾਮ ਦਾ, ਠੀਕ ਹੈ, ਉਹ ਇੰਟੀਜਰ ਵੈਲਿਊਜ਼ ਨੂੰ ਕੈਲਕੂਲੇਟ ਕਰ ਰਿਹਾ। ਸੈਕਿੰਡ ਜਿਹੜਾ ਫੰਕਸ਼ਨ ਹੈ ਕੈਲਕੂਲੇਟ ਦਾ, ਉਹ ਫਲੋਟ ਵੈਲਿਊਜ਼ ਨੂੰ ਕਰ ਰਿਹਾ, ਠੀਕ ਹੈ। ਇੱਦਾਂ ਦੀਆਂ ਐਗਜ਼ਾਮਪਲਸ ਜਿਹੜੀਆਂ ਹੁੰਦੀਆਂ ਨੇ ਇਹਦੀਆਂ, ਠੀਕ ਹੈ, ਜਿੱਥੇ ਆਪਾਂ ਚਾਹੁੰਦੇ ਹਾਂ ਕਿ ਫੰਕਸ਼ਨ ਦਾ ਚਲੋ ਨਾਮ ਸੇਮ ਰਵੇ ਪਰ ਉਹ ਕੰਮ ਡਿਫਰੈਂਟ ਕਰੀ ਜਾਵੇ, ਠੀਕ ਹੈ। ਜਿਵੇਂ ਇੱਕ ਹੋਰ ਐਗਜ਼ਾਮਪਲ ਆਪਾਂ ਇਹਦੀ ਲੈ ਸਕਦੇ ਹਾਂ, ਇੱਕ ਜਿਵੇਂ ਚਲੋ ਮੈਂ ਇੱਥੇ ਤੁਹਾਨੂੰ ਲਿਖ ਕੇ ਦਿਖਾ ਦਿੰਦਾ, ਬਿਲਕੁਲ ਈਜ਼ੀ ਐਗਜ਼ਾਮਪਲ ਹੈ, ਬਿਲਕੁਲ ਤੁਹਾਨੂੰ ਸਮਝ ਵੀ ਬਹੁਤ ਛੇਤੀ ਆਏਗਾ ਇੱਥੋਂ। ਜਿਵੇਂ ਇੱਕ ਹੈਗੀ ਹੈ ਡਰਾ ਸ਼ੇਪ। ਹੁਣ ਡਰਾ ਸ਼ੇਪ ਦਾ ਇੱਕ ਫੰਕਸ਼ਨ ਹੈ, ਗ੍ਰਾਫਿਕਸ ਯੂਜ਼ ਹੋ ਰਿਹਾ ਹੈ ਡਰਾ ਸ਼ੇਪ, ਠੀਕ ਹੈ। ਹੁਣ ਇਹ ਡਰਾ ਸ਼ੇਪ ਜਿਹੜਾ ਹੈ ਆਪਾਂ ਫੰਕਸ਼ਨ ਦਾ ਨਾਮ ਸੇਮ ਰੱਖ ਲਿਆ ਡਰਾ ਸ਼ੇਪ, ਠੀਕ ਹੈ। ਹੁਣ ਆਪਾਂ 3-4 ਇਹਦੇ ਨਾਮ ਦੇ ਫੰਕਸ਼ਨ ਬਣਾ ਲਏ ਡਰਾ ਸ਼ੇਪ ਦੇ। ਹੁਣ ਇੱਕ ਫੰਕਸ਼ਨ ਹੈ ਉਹ ਟਰਾਇੰਗਲ ਡਰਾ ਕਰ ਰਿਹਾ, ਇੱਕ ਫੰਕਸ਼ਨ ਹੈ ਉਹ ਪੋਲੀਗਨ ਡਰਾ ਕਰ ਰਿਹਾ, ਇੱਕ ਫੰਕਸ਼ਨ ਉਹ ਸਕੁਅਰ ਡਰਾ ਕਰ ਰਿਹਾ, ਇੱਕ ਫੰਕਸ਼ਨ ਰੈਕਟੈਂਗਲ ਡਰਾ ਕਰ ਰਿਹਾ, ਠੀਕ ਹੈ, ਇੱਕ ਫੰਕਸ਼ਨ ਉਹ ਸਰਕਲ ਡਰਾ ਕਰ ਰਿਹਾ। ਹੁਣ ਦੇਖੋ ਫੰਕਸ਼ਨ ਦਾ ਨਾਮ ਤਾਂ ਸੇਮ ਹੈ, ਠੀਕ ਹੈ, ਕੰਮ ਵੀ ਉਹ ਇਹੀ ਕਰ ਰਿਹਾ, ਡਰਾ ਕਰ ਰਿਹਾ ਸ਼ੇਪਸ, ਪਰ ਉਹ ਡਿਫਰੈਂਟ ਸ਼ੇਪਸ ਨੂੰ ਡਰਾ ਕਰ ਰਹੇ ਅਲੱਗ-ਅਲੱਗ ਫੰਕਸ਼ਨ, ਠੀਕ ਹੈ। ਇੱਦਾਂ ਯੂਜ਼ ਹੁੰਦਾ ਹੈ ਇਹਦਾ ਕੰਸੈਪਟ ਫੰਕਸ਼ਨ ਓਵਰਲੋਡਿੰਗ ਦਾ, ਕਲੀਅਰ ਹੈ। ਹਾਂਜੀ ਸਟੂਡੈਂਟਸ, ਅਗਰ ਕਿਸੇ ਨੂੰ ਕੋਈ ਵੀ ਡਾਊਟ ਹੈ ਇਹਦੇ ਵਿੱਚ ਤਾਂ ਤੁਸੀਂ ਇਹ ਸੈਸ਼ਨ ਨੂੰ ਦੁਬਾਰਾ ਦੇਖ ਸਕਦੇ ਹੋ ਜਾਂ ਤੁਸੀਂ ਮੈਨੂੰ ਮੈਸੇਜ ਕਰ ਦਿਓ, ਠੀਕ ਹੈ। ਤੁਹਾਡਾ ਜੋ ਵੀ ਡਾਊਟ ਹੋਏਗਾ ਮੈਂ ਉਹਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗਾ, ਠੀਕ ਹੈ। ਇਹ ਵੀਡੀਓ ਲੈਕਚਰ ਹੈ ਜਿਹੜੇ ਆਪਣੇ ਫਰੈਂਡਸ ਨਾਲ ਸ਼ੇਅਰ ਕਰੋ ਵੱਧ ਤੋਂ ਵੱਧ, ਠੀਕ ਹੈ।
ਚੈਨਲ ਨੂੰ ਸਬਸਕ੍ਰਾਈਬ ਵੀ ਕਰੋ। ਇਸ ਤਰ੍ਹਾਂ ਦੀਆਂ ਵੀਡੀਓਜ਼ ਤੁਹਾਨੂੰ ਮਿਲਦੀਆਂ ਰਹਿਣੀਆਂ ਇੱਥੇ, ਠੀਕ ਹੈ। ਥੈਂਕ ਯੂ ਸਟੂਡੈਂਟਸ, ਥੈਂਕ ਯੂ ਫॉर ਵਾचिंग द ਸੈਸ਼ਨ, ਥੈਂਕ ਯੂ।